ਮੇਰਾ ਪਤੀ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਮੈਂ ਮੁੰਡਾ ਪੈਦਾ ਕਰਨ ਵਾਲੀ ਹਾਂ, ਪਰ ਇੱਕ ਦਿਨ ਮੇਰੀ ਦਰਾਣੀ ਕਹਿਣ ਲੱਗੀ ਕਿ ਤੇਰਾ ਪਤੀ ਤੇਰੇ ਨਾਲ ਬਹੁਤ ਜ਼ੁਲਮ ਕਰਦਾ ਹੈ। ਮੈਂ ਤੁਰੰਤ ਦਰਾਣੀ ਨੂੰ ਕਿਹਾ ਕਿ ਮੇਰਾ ਪਤੀ ਤਾਂ ਮੇਰੀ ਬਹੁਤ ਦੇਖਭਾਲ ਕਰਦਾ ਹੈ। ਜਦੋਂ ਤੱਕ ਮੈਂ ਗੂੜੀ ਨੀਂਦ ਨਹੀਂ ਸੋ ਜਾਂਦੀ, ਉਹ ਮੇਰੇ ਕੋਲ ਹੀ ਬੈਠਾ ਰਹਿੰਦਾ ਹੈ। ਤਾਂ ਮੇਰੀ ਦਰਾਣੀ ਕਹਿਣ ਲੱਗੀ ਕਿ ਅੱਜ ਰਾਤ ਨੂੰ ਤੂੰ ਆਪਣਾ ਮੂੰਹ ਧੋ ਕੇ ਸੌਣਾ। ਰਾਤ ਨੂੰ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਅੱਖਾਂ ਬੰਦ ਕਰਕੇ ਲੇਟ ਗਈ। ਪਰ ਥੋੜੀ ਦੇਰ ਬਾਅਦ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਦੇਖਿਆ ਕਿ ਮੇਰਾ ਪਤੀ ਤਾਂ ਸੱਚਮੁੱਚ ਮੇਰੇ ਨਾਲ। ਮੇਰਾ ਨਾਂ ਰੂਬੀ ਹੈ ਤੇ ਮੈਂ ਇੱਕ ਸਾਈਕੇਟ੍ਰਿਸਟ ਹਾਂ। ਮੇਰੀ ਉਮਰ 26 ਸਾਲ ਹੈ। ਮੈਂ ਇੱਕ ਖਾਂਦੇ ਪੀਂਦੇ ਚੰਗੇ ਘਰ ਤੋਂ ਤਾਲੁਕ ਰੱਖਦੀ ਹਾਂ। ਮੈਂ ਆਪਣੇ ਘਰ ਵਿੱਚ ਕਦੇ ਪੈਸਿਆਂ ਦੀ ਕਮੀ ਨਹੀਂ ਦੇਖੀ। ਮੇਰੇ ਤੋਂ ਵੱਡੀ ਮੇਰੀ ਇੱਕ ਭੈਣ ਹੈ ਜੋ ਡਾਕਟਰ ਹੈ, ਤੇ ਮੇਰੇ ਮਾਤਾ ਪਿਤਾ ਦਾ ਇਰਾਦਾ ਸੀ ਕਿ ਮੈਂ ਵੀ ਭਵਿੱਖ ਵਿੱਚ ਇੱਕ ਚੰਗੀ ਡਾਕਟਰ ਬਣਾ। ਪਰ ਮੈਨੂੰ ਸਾਈਕੇਟ੍ਰਿਸਟ ਬਣਨ ਵਿੱਚ ਦਿਲਚਸਪੀ ਸੀ। ਮੈਂ ਸ਼ੁਰੂ ਤੋਂ ਹੀ ਇਨਸਾਨੀ ਹਾਲਾਤ ਨੂੰ ਲੈ ਕੇ ਸ਼ੱਕ ਦਾ ਸ਼ਿਕਾਰ ਰਿਹਾ ਕਰਦੀ ਸੀ, ਤੇ ਮੈਂ ਬਹੁਤ ਸ਼ੌਂਕ ਨਾਲ ਆਪਣੇ ਇਸ ਕੰਮ ਨੂੰ ਕਰ ਰਹੀ ਸੀ। ਮੈਂ ਇੱਕ ਹਸਪਤਾਲ ਵਿੱਚ ਕੰਮ ਕਰਦੀ ਸੀ ਤੇ ਸ਼ਾਮ ਨੂੰ ਆਪਣਾ ਇੱਕ ਪ੍ਰਾਈਵੇਟ ਕਲੀਨਿਕ ਖੋਲ੍ਹ ਰੱਖਿਆ ਸੀ। ਮੇਰੇ ਮਰੀਜ਼ ਵੀ ਜ਼ਿਆਦਾਤਰ ਅਮੀਰ ਲੋਕ ਹੁੰਦੇ ਸੀ ਜੋ ਡਿਪਰੈਸ਼ਨ ਦਾ ਸ਼ਿਕਾਰ ਰਿਹਾ ਕਰਦੇ ਸੀ। ਉਹਨਾਂ ਨੂੰ ਪੈਸੇ ਦੀ ਦੌੜ ਤੋਂ ਸਕੂਨ ਨਹੀਂ ਮਿਲਦਾ ਸੀ। ਅਖੀਰ ਡਿਪਰੈਸ਼ਨ ਦੇ ਮਰੀਜ਼ ਬਣ ਕੇ ਮੇਰੇ ਵਰਗੇ ਸਾਈਕੇਟ੍ਰਿਸਟ ਕੋਲ ਆਪਣੇ ਦਿਲ ਦਾ ਹਾਲ ਦੱਸਣ ਆ ਜਾਂਦੇ ਸੀ। ਮੇਰੀ ਜ਼ਿੰਦਗੀ ਬਹੁਤ ਚੰਗੇ ਨਾਲ ਗੁਜ਼ਰ ਰਹੀ ਸੀ, ਕਿਉਂਕਿ ਇਸ ਤੋਂ ਚੰਗੀ ਆਮਦਨੀ ਹੋ ਜਾਂਦੀ ਸੀ ਤੇ ਦੁਖੀ ਇਨਸਾਨੀਅਤ ਦੀ ਖਿਦਮਤ ਵੀ ਹੋ ਜਾਂਦੀ ਸੀ। ਪਾਪਾ ਚਾਹੁੰਦੇ ਸੀ ਕਿ ਹੁਣ ਮੇਰਾ ਵਿਆਹ ਹੋ ਜਾਵੇ। ਮੈਨੂੰ ਵੀ ਉਹਨਾਂ ਦੇ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ, ਇਸ ਲਈ ਫੈਸਲਾ ਲੈਣ ਦਾ ਹੱਕ ਮੈਂ ਆਪਣੇ ਮਾਤਾ ਪਿਤਾ ਨੂੰ ਦੇ ਦਿੱਤਾ। ਜਿਸ ਦਿਨ ਮੇਰੀ ਮੰਗਣੀ ਸੀ, ਉਸ ਦਿਨ ਮੈਂ ਹਸਪਤਾਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਲਈ ਤੇ ਮੈਂ ਬਹੁਤ ਤੇਜ਼ੀ ਨਾਲ ਘਰ ਆਉਣ ਲੱਗੀ। ਗੱਡੀ ਚਲਾ ਰਹੀ ਸੀ ਕਿ ਅਚਾਨਕ ਇੱਕ ਔਰਤ ਮੇਰੀ ਗੱਡੀ ਸਾਹਮਣੇ ਆ ਗਈ ਤੇ ਉਸ ਦੀ ਟੱਕਰ ਹੋ ਗਈ। ਮੈਂ ਡਰ ਕੇ ਬਾਹਰ ਨਿਕਲੀ। ਉਸ ਔਰਤ ਦੀ ਲੱਤ ਤੇ ਸੱਟ ਵੱਜੀ ਸੀ ਤੇ ਬਾਂਹ ਤੇ ਵੀ ਮਾਮੂਲੀ ਜਿਹੀ ਖਰੋਚ ਆ ਗਈ ਸੀ। ਮੇਰਾ ਘਰ ਇੱਥੇ ਨਾਲ ਹੀ ਸੀ, ਇਸ ਲਈ ਮੈਂ ਉਸ ਨੂੰ ਆਪਣੀ ਗੱਡੀ ਵਿੱਚ ਵਿਛਾ ਕੇ ਆਪਣੇ ਘਰ ਲੈ ਗਈ। ਮੇਰੀ ਭੈਣ ਨੇ ਉਸ ਦੀ ਮੱਲਮ ਪੱਟੀ ਕੀਤੀ ਤੇ ਉਸ ਨੂੰ ਦਰਦ ਦੀ ਦਵਾਈ ਦੇ ਦਿੱਤੀ। ਪਤਾ ਨਹੀਂ ਇਹ ਔਰਤ ਕੌਣ ਸੀ ਤੇ ਇਸ ਨੂੰ ਕਿੱਥੇ ਜਾਣਾ ਸੀ। ਮੇਰੀ ਭੈਣ ਵੀ ਫਟਾਫਟ ਤਿਆਰ ਹੋ ਕੇ ਹਾਲ ਵਿੱਚ ਮੇਰੀ ਮੰਗਣੀ ਲਈ ਚਲੀ ਗਈ। ਮੈਂ ਸੋਚ ਰਹੀ ਸੀ ਜਦੋਂ ਤੱਕ ਅਸੀਂ ਵਾਪਸ ਆਵਾਂਗੇ ਉਹ ਚਲੀ ਗਈ ਹੋਵੇਗੀ, ਪਰ ਜਦੋਂ ਅਸੀਂ ਘਰ ਵਾਪਸ ਆਏ ਤਾਂ ਉਹ ਵਿਹੜੇ ਵਿੱਚ ਸੌ ਰਹੀ ਸੀ ਤੇ ਮਾਂ ਨੇ ਬਹੁਤ ਹੀ ਗੁੱਸੇ ਨਾਲ ਉਸ ਨੂੰ ਉਠਾਇਆ ਤੇ ਉਸ ਨੂੰ ਕਹਿਣ ਲੱਗੀ, ਬੀਬੀ ਚਲੋ, ਹੁਣ ਤੇਰੀ ਮਰਮ ਪੱਟੀ ਹੋ ਗਈ ਹੈ, ਹੁਣ ਤੂੰ ਆਪਣੇ ਘਰ ਜਾ। ਮਾਂ ਦੇ ਉਠਾਉਣ ਨਾਲ ਉਹ ਉੱਠੀ ਤੇ ਜਾਣ ਲਈ ਅੱਗੇ ਵਧੀ ਤੇ ਬੇਹੋਸ਼ ਹੋ ਕੇ ਡਿੱਗ ਗਈ। ਸ਼ਾਇਦ ਉਸ ਦੀ ਲੱਤ ਤੇ ਜ਼ਿਆਦਾ ਹੀ ਸੱਟ ਲੱਗ ਗਈ ਸੀ। ਮੈਂ ਉਸ ਨੂੰ ਆਪਣੇ ਕਲੀਨਿਕ ਵਿੱਚ ਲੈ ਗਈ, ਉਸ ਦੇ ਪੈਰ ਦੀ ਮਾਲਿਸ਼ ਕੀਤੀ ਤੇ ਉਸ ਨੂੰ ਕੁਝ ਪੈਸੇ ਵੀ ਦਿੱਤੇ। ਉਹ ਔਰਤ ਇਸ ਸਮੇਂ ਬਿਲਕੁਲ ਹੀ ਖਾਮੋਸ਼ ਰਹੀ। ਮੈਂ ਡਰਾਈਵਰ ਨੂੰ ਕਿਹਾ ਕਿ ਉਸ ਨੂੰ ਉਸ ਦੇ ਘਰ ਛੱਡ ਆਵੇ, ਕਿਉਂਕਿ ਉਸ ਨੂੰ ਮੇਰੀ ਗੱਡੀ ਨਾਲ ਹੀ ਸੱਟ ਲੱਗੀ ਸੀ। ਤਾਂ ਮੇਰਾ ਫਰਜ਼ ਬਣਦਾ ਸੀ ਕਿ ਉਸ ਨੂੰ ਚੰਗਾ ਕੁਝ ਦੇ ਕੇ ਉਸ ਦੀ ਮਲਮ ਪੱਟੀ ਕਰਾ ਕੇ ਉਸ ਨੂੰ ਉਸ ਦੇ ਘਰ ਭੇਜਾਂ। ਤਾਂ ਮੈਂ ਉਹੀ ਕੀਤਾ ਤੇ ਮੇਰੀ ਗੱਲ ਨਾਲ ਮੇਰੀ ਮਾਂ ਬਹੁਤ ਜ਼ਿਆਦਾ ਨਾਰਾਜ਼ ਹੋ ਰਹੀ ਸੀ। ਮੈਂ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਮਨਾ ਲਿਆ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਆਪਣੇ ਮੰਗੇਤਰ ਬਾਰੇ ਸੋਚਣ ਲੱਗੀ। ਮੈਂ ਉਸ ਨੂੰ ਜ਼ਿਆਦਾ ਨਹੀਂ ਜਾਣਦੀ ਸੀ। ਉਹ ਮੇਰੇ ਪਾਪਾ ਦੇ ਕਿਸੇ ਦੋਸਤ ਦਾ ਮੁੰਡਾ ਸੀ। ਮੈਂ ਉਸ ਨੂੰ ਅੱਜ ਪਹਿਲੀ ਵਾਰ ਦੇਖਿਆ ਸੀ ਤੇ ਦੇਖਣ ਵਿੱਚ ਉਹ ਇੱਕ ਸ਼ਰੀਫ ਆਦਮੀ ਲੱਗ ਰਿਹਾ ਸੀ। ਇਸ ਲਈ ਮੈਨੂੰ ਮਾਂ ਤੇ ਪਾਪਾ ਦੀ ਪਸੰਦ ਤੇ ਕੋਈ ਸ਼ੱਕ ਨਹੀਂ ਸੀ। ਮੇਰਾ ਵਿਆਹ 1 ਮਹੀਨੇ ਬਾਅਦ ਹੋਇਆ। ਮੇਰੀ ਮੰਗਣੀ ਦੇ ਕੁਝ ਦਿਨਾਂ ਬਾਅਦ ਦੀ ਗੱਲ ਹੈ ਕਿ ਜਦੋਂ ਮੈਂ ਹਸਪਤਾਲ ਵਿੱਚ ਉਸ ਔਰਤ ਨੂੰ ਦੇਖਿਆ ਜਿਸ ਦਾ ਮੇਰੀ ਗੱਡੀ ਨਾਲ ਐਕਸੀਡੈਂਟ ਹੋਇਆ ਸੀ, ਉਹ ਉੱਥੇ ਦਵਾਈ ਲੈਣ ਲਈ ਆਈ ਹੋਈ ਸੀ। ਮੈਂ ਉਸ ਨੂੰ ਆਪਣੇ ਕੋਲ ਬੁਲਾ ਕੇ ਉਸ ਦਾ ਹਾਲ ਚਾਲ ਪੁੱਛਿਆ ਤੇ ਖੁਦ ਦਵਾਈ ਲੈ ਕੇ ਉਸ ਨੂੰ ਦੇ ਦਿੱਤੀ। ਉਹ ਕੁਝ ਦਿਨਾਂ ਤੱਕ ਉੱਥੇ ਆਉਂਦੀ ਰਹੀ। ਇਸੇ ਦੌਰਾਨ ਮੇਰੀ ਉਸ ਨਾਲ ਚੰਗੀ ਗੱਲਬਾਤ ਹੋਣ ਲੱਗੀ ਸੀ। ਫਿਰ ਉਸਨੇ ਆਉਣਾ ਛੱਡ ਦਿੱਤਾ ਤੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਗਈ। ਵਿਆਹ ਤੋਂ ਪਹਿਲਾਂ 2-3 ਵਾਰ ਮੇਰੀ ਮੇਰੇ ਮੰਗੇਤਰ ਨਾਲ ਮੁਲਾਕਾਤ ਹੋਈ। ਉਦੋਂ ਮੈਂ ਸੋਚ ਵਿੱਚ ਪੈ ਗਈ ਸੀ ਕਿ ਉਹ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਹੀ ਚੰਗਾ ਲੱਗ ਰਿਹਾ ਸੀ ਜਾਂ ਫਿਰ ਮੇਰੇ ਸਾਹਮਣੇ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ। ਘਰ ਆ ਕੇ ਜਦੋਂ ਮੈਂ ਆਪਣੀ ਮਾਂ ਨੂੰ ਇਹ ਸਭ ਕੁਝ ਦੱਸਿਆ ਤਾਂ ਮੇਰੀ ਮਾਂ ਕਹਿਣ ਲੱਗੀ, ਤੂੰ ਬੇਕਾਰ ਹੀ
ਉਸ ਤੇ ਸ਼ੱਕ ਕਰ ਰਹੀ ਹੈ। ਉਸ ਦਾ ਪੂਰਾ ਖਾਨਦਾਨ ਬਹੁਤ ਚੰਗਾ ਤੇ ਸ਼ਰੀਫ ਹੈ। ਮੈਂ ਵੀ ਆਪਣੀ ਮਾਂ ਦੀ ਗੱਲ ਸੁਣ ਕੇ ਸਭ ਕੁਝ ਹਾਲਾਤ ਤੇ ਛੱਡ ਦਿੱਤਾ। ਸੋਚਿਆ ਜੋ ਹੋਏਗਾ ਦੇਖਿਆ ਜਾਵੇਗਾ। ਮੇਰੇ ਮਾਤਾ ਪਿਤਾ ਮੇਰੇ ਲਈ ਜੋ ਵੀ ਕਰਨਗੇ ਚੰਗਾ ਹੀ ਕਰਨਗੇ। ਦੇਖਦੇ ਹੀ ਦੇਖਦੇ ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਪਤਾ ਨਹੀਂ ਕਿਉਂ ਕੁੜੀਆਂ ਨੂੰ ਵਿਆਹ ਦੇ ਨਾਂ ਤੇ ਜੋ ਖੁਸ਼ੀ ਹੁੰਦੀ ਹੈ ਉਹ ਮੈਨੂੰ ਨਹੀਂ ਸੀ। ਮੈਂ ਖੁਸ਼ ਹੋਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਕਿਸੇ ਰੋਬੋਟ ਦੀ ਤਰ੍ਹਾਂ ਹੀ ਰੁਖਸਤ ਹੋਈ ਜਿਸ ਦੇ ਅੰਦਰ ਕੋਈ ਖੁਸ਼ੀ ਹੀ ਨਹੀਂ ਸੀ। ਪਰ ਮੇਰੇ ਸਾਰੇ ਅਹਿਸਾਸ ਆਪਣੇ ਸਹੁਰੇ ਘਰ ਵਿੱਚ ਕਦਮ ਰੱਖਦੇ ਹੀ ਜਾਗ ਉੱਠੇ। ਜਦੋਂ ਮੈਂ ਮੇਰੇ ਸਾਹਮਣੇ ਰਸਮ ਕਰਦੀ ਇੱਕ ਕੁੜੀ ਨੂੰ ਦੇਖਿਆ ਤੇ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਇਹ ਉਹ ਕੁੜੀ ਮੁਸਕਾਨ ਸੀ ਜੋ ਮੈਨੂੰ ਹਸਪਤਾਲ ਵਿੱਚ ਮਿਲਦੀ ਰਹੀ ਸੀ। ਉਹੀ ਜਿਸ ਦਾ ਐਕਸੀਡੈਂਟ ਮੇਰੀ ਗੱਡੀ ਨਾਲ ਹੋਇਆ ਸੀ। ਮੈਂ ਉਸ ਨੂੰ ਦੇਖਦੇ ਹੀ ਪੁੱਛਿਆ ਕਿ ਤੂੰ ਇੱਥੇ? ਉਹ ਵੀ ਮੈਨੂੰ ਇਹ ਕਹਿਣ ਲੱਗੀ ਕਿ ਮੈਂ ਵੀ ਤੁਹਾਨੂੰ ਇੱਥੇ ਦੇਖ ਕੇ ਹੈਰਾਨ ਹੋ ਗਈ। ਤੂੰ ਇਸ ਘਰ ਦੀ ਨਵੀਂ ਨੂੰਹ ਹੈ। ਮੈਂ ਤੁਹਾਡੀ ਦਰਾਣੀ ਹਾਂ। ਉਸ ਦੀ ਗੱਲ ਸੁਣ ਕੇ ਮੈਂ ਚੌਂਕ ਗਈ ਕਿਉਂਕਿ ਮੇਰੀ ਦਰਾਣੀ ਤਾਂ ਕੋਈ ਹੋਰ ਸੀ ਜੋ ਮੇਰੇ ਦਿਓਰ ਦੇ ਨਾਲ ਸੀ। ਫਿਰ ਇਹ ਕੁੜੀ ਕੌਣ ਸੀ ਜੋ ਖੁਦ ਨੂੰ ਮੇਰੀ ਦਰਾਣੀ ਦੱਸ ਰਹੀ ਸੀ? ਮੈਨੂੰ ਕੁਝ ਸਮਝ ਵਿੱਚ ਨਹੀਂ ਆਇਆ। ਇਸ ਤੋਂ ਪਹਿਲਾਂ ਮੈਂ ਉਸ ਤੋਂ ਆਪਣੇ ਸਵਾਲਾਂ ਦਾ ਜਵਾਬ ਮੰਗਦੀ, ਮੇਰੀ ਸੱਸ ਨੇ ਅੱਗੇ ਵਧ ਕੇ ਮੈਨੂੰ ਕਿਹਾ, ਗੱਲਾਂ ਤਾਂ ਬਾਅਦ ਵਿੱਚ ਵੀ ਹੁੰਦੀਆਂ ਰਹਿਣਗੀਆਂ, ਆਓ ਪਹਿਲਾਂ ਰਸਮ ਪੂਰੀ ਕਰ ਲੈਂਦੇ ਹਾਂ। ਮੈਨੂੰ ਕਮਰੇ ਅੰਦਰ ਲੈ ਗਏ। ਇਸ ਘਰ ਵਿੱਚ ਜੋ ਕੁਝ ਹੋ ਰਿਹਾ ਸੀ ਉਹ ਮੇਰੇ ਲਈ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਪਹਿਲਾਂ ਤਾਂ ਇਹ ਗੱਲ ਮੈਨੂੰ ਖੜਕ ਰਹੀ ਸੀ ਕਿ ਵੱਡੇ ਭਰਾ ਦਾ ਵਿਆਹ ਅਜੇ ਹੋਇਆ ਨਹੀਂ ਸੀ ਤੇ ਛੋਟੇ ਭਰਾ ਦਾ ਪਹਿਲਾਂ ਹੀ ਹੋ ਗਿਆ। ਤੇ ਇਹ ਮੈਨੂੰ ਹੁਣ ਪਤਾ ਚੱਲਿਆ ਕਿ ਮੇਰੇ ਦਿਓਰ ਦੀਆਂ 2 ਪਤਨੀਆਂ ਹਨ ਤੇ ਇਹ ਗੱਲ ਮੇਰੀ ਸੱਸ ਨੇ ਲੁਕਾ ਕੇ ਰੱਖੀ ਸੀ। ਵਿਆਹ ਦੀ ਰਾਤ ਮੇਰਾ ਪਤੀ ਮੇਰੇ ਕਮਰੇ ਵਿੱਚ ਆਇਆ। ਉਸਨੇ ਮੈਨੂੰ ਨਮਸਤੇ ਬੁਲਾਈ ਤੇ ਤਮੀਜ਼ ਨਾਲ ਮੇਰੇ ਕੋਲ ਬੈਠ ਗਿਆ। ਇਹ ਦੇਖ ਕੇ ਮੈਨੂੰ ਖੁਸ਼ੀ ਹੋਈ ਕਿ ਚਲੋ ਮੇਰਾ ਪਤੀ ਇੱਕ ਚੰਗਾ ਤੇ ਸ਼ਰੀਫ ਆਦਮੀ ਹੈ। ਮੈਂ ਉਸ ਨੂੰ ਪਹਿਲਾ ਸਵਾਲ ਮੁਸਕਾਨ ਬਾਰੇ ਕੀਤਾ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹ ਮੇਰੇ ਭਾਈ ਦੀ ਪਹਿਲੀ ਪਤਨੀ ਹੈ। ਮੈਂ ਹੈਰਾਨੀ ਨਾਲ ਪੁੱਛਿਆ, ਪਹਿਲੀ ਪਤਨੀ ਦੇ ਹੁੰਦੇ ਹੋਏ ਦੂਸਰੀ ਪਤਨੀ ਦੀ ਕੀ ਜ਼ਰੂਰਤ ਪੈ ਗਈ ਤੁਹਾਡੇ ਭਰਾ ਨੂੰ? ਮੁਸਕਾਨ ਦਾ ਭੋਲਾ ਭਾਲਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆਉਣ ਲੱਗਿਆ ਜਿਸ ਤੇ ਇੰਨਾ ਵੱਡਾ ਜ਼ੁਲਮ ਹੋਇਆ ਸੀ। ਮੇਰਾ ਪਤੀ ਕਹਿਣ ਲੱਗਿਆ ਕਿ ਮੈਂ ਤਾਂ 1 ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਇੱਥੇ ਆਇਆ ਹਾਂ, ਇਸ ਲਈ ਘਰ ਦੇ ਮਾਮਲੇ ਬਾਰੇ ਮੈਂ ਕੁਝ ਨਹੀਂ ਜਾਣਦਾ। ਨਾ ਹੀ ਮੈਨੂੰ ਕਿਸੇ ਦੀ ਪਰਸਨਲ ਲਾਈਫ ਵਿੱਚ ਦਖਲ ਅੰਦਾਜ਼ੀ ਕਰਨ ਦਾ ਸ਼ੌਂਕ ਹੈ। ਹੁਣ ਤੂੰ ਆ ਗਈ ਹੈ ਨਾ, ਖੁਦ ਪਤਾ ਕਰ ਲੈਣਾ। ਮੈਂ ਹੱਸਣ ਲੱਗੀ। ਮੈਂ ਇੱਕ ਸਾਈਕੈਟਰਿਸਟ ਸੀ ਪਰ ਮੈਂ ਇਸ ਘਰ ਵਿੱਚ ਆ ਕੇ ਖੁਦ ਹੀ ਉਲਝ ਕੇ ਰਹਿ ਗਈ। ਇਸ ਘਰ ਦੇ ਲੋਕਾਂ ਦੀ ਹਾਲਤ ਕੀ ਸਮਝਦੀ? ਮੇਰੀ ਹਾਲਤ ਖੁਦ ਉਲਝ ਕੇ ਰਹਿ ਗਈ ਸੀ। ਮੇਰੀ ਸੱਸ ਤੇ ਮੇਰੀ ਦਰਾਣੀ ਜ਼ਿਆਦਾਤਰ ਮੁਸਕਾਨ ਤੇ ਜ਼ੁਲਮ ਕਰਦੀ ਸੀ। ਇਸ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਵਿਚਾਰੀ ਸਵੇਰੇ ਸਵੇਰੇ ਉੱਠ ਕੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਸੀ। ਫਿਰ ਵੀ ਘਰ ਦਾ ਕੋਈ ਆਦਮੀ ਉਸ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦਾ ਸੀ। ਬੇਚਾਰੀ ਬਹੁਤ ਜ਼ਿਆਦਾ ਸਿੱਧੀ ਸਾਦੀ ਸੀ, ਕਿਸੇ ਅੱਗੇ ਆਪਣੀ ਜ਼ਬਾਨ ਨਹੀਂ ਖੋਲ੍ਹਦੀ ਸੀ। ਪਰ ਉਸ ਦਾ ਪਤੀ ਵੀ ਉਸ ਨੂੰ ਕੁਝ ਨਹੀਂ ਸਮਝਦਾ ਸੀ। ਮੈਂ ਮੁਸਕਾਨ ਨੂੰ ਪੁੱਛਿਆ ਕਿ ਆਖਰ ਇਹ ਸਭ ਕੀ ਹੈ? ਤੇਰੇ ਪਤੀ ਨੇ ਤੇਰੇ ਹੁੰਦੇ ਹੋਏ ਦੂਜਾ ਵਿਆਹ ਕਿਉਂ ਕਰਾ ਲਿਆ? ਤਾਂ ਉਹ ਵਿਚਾਰੀ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਰਮਨ ਦੀ ਬਚਪਨ ਦੀ ਮੰਗੇਤਰ ਹਾਂ, ਪਰ ਉਹ ਕਿਸੇ ਹੋਰ ਨੂੰ ਪਸੰਦ ਕਰਨ ਲੱਗਿਆ, ਇਸ ਲਈ ਮੈਂ ਵਿਆਹ ਤੋਂ ਮਨਾ ਕਰ ਦਿੱਤਾ। ਮੈਂ ਯਤੀਮ ਸੀ, ਇਸ ਲਈ ਦਾਦੀ ਨੇ ਮੇਰਾ ਧਿਆਨ ਰੱਖਣ ਦੀ ਵਜ੍ਹਾ ਕਰਕੇ ਜ਼ਬਰਦਸਤੀ ਮੇਰਾ ਵਿਆਹ ਇਸ ਨਾਲ ਕਰਵਾ ਦਿੱਤਾ। ਪਰ ਇਸ ਆਦਮੀ ਤੇ ਇਸ ਦੀ ਮਾਂ ਨੇ ਮੈਨੂੰ ਕਦੇ ਆਪਣਾ ਨਹੀਂ ਸਮਝਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਹੀ ਉਸਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਮੈਂ ਤਾਂ ਇਸ ਘਰ ਵਿੱਚ ਨੌਕਰਾਨੀ ਦੀ ਤਰ੍ਹਾਂ ਹੀ ਰਹਿੰਦੀ ਆਈ ਹਾਂ। ਮੈਨੂੰ ਤਾਂ ਇਸ ਸਭ ਦੀ ਆਦਤ ਹੋ ਗਈ ਹੈ। ਮੁਸਕਾਨ ਦੀ ਕਹਾਣੀ ਸੁਣ ਕੇ ਮੈਨੂੰ ਉਸ ਨਾਲ ਬਹੁਤ ਜ਼ਿਆਦਾ ਹਮਦਰਦੀ ਹੋਣ ਲੱਗੀ। ਹੁਣ ਮੇਰੀ ਉਸ ਨਾਲ ਚੰਗੀ ਦੋਸਤੀ ਹੋ ਗਈ ਸੀ। ਮੇਰੀ ਸੱਸ ਤੇ ਮੇਰੀ ਦੂਜੀ ਦਰਾਣੀ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ, ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਮੈਂ ਆਪਣੇ ਕਲੀਨਿਕ ਤੋਂ ਥੱਕੀ ਹਾਰੀ ਸ਼ਾਮ ਨੂੰ ਘਰ ਵਾਪਸ ਆਉਂਦੀ ਤਾਂ ਮੇਰੇ ਲਈ ਗਰਮ-ਗਰਮ ਖਾਣਾ ਲੈ ਆਉਂਦੀ। ਸਵੇਰ ਸਮੇਂ ਉਹ ਮੇਰੇ ਕਮਰੇ ਦੀ ਸਫਾਈ ਵੀ ਕਰਿਆ ਕਰਦੀ ਸੀ। ਮੈਂ ਆਪਣੇ ਵਿਆਹ ਤੋਂ ਖੁਸ਼ ਸੀ, ਪਰ ਕੁਝ ਦਿਨਾਂ ਬਾਅਦ ਪਤਾ ਨਹੀਂ ਕਿਉਂ ਮੇਰੇ ਪਤੀ ਦਾ ਸੁਭਾਅ ਕੁਝ ਬਦਲਣ ਲੱਗਿਆ। ਪਤਾ ਨਹੀਂ ਉਹਨਾਂ ਨੂੰ ਮੇਰੇ ਨਾਲ ਕੀ ਮਸਲਾ ਸੀ। ਛੋਟੀਆਂ-ਛੋਟੀਆਂ ਗੱਲਾਂ ਤੇ ਉਹ ਮੇਰੇ ਨਾਲ ਲੜਨ ਦੇ ਬਹਾਨੇ ਲੱਭਣ ਲੱਗਿਆ। ਇੱਕ ਦਿਨ ਜਦੋਂ ਮੈਂ ਆਪਣੇ ਮਾਇਕੇ ਗਈ ਤਾਂ ਵਾਪਸੀ ਸਮੇਂ ਮੇਰੇ ਭਾਈ ਦਾ ਦੋਸਤ ਮੈਨੂੰ ਘਰ ਛੱਡਣ ਆਇਆ ਤੇ ਇਸ ਗੱਲ ਦਾ ਪਤਾ ਮੇਰੇ ਪਤੀ ਨੂੰ ਚੱਲ ਗਿਆ ਤੇ ਉਹ ਮੇਰੇ ਤੇ ਸ਼ੱਕ ਕਰਨ ਲੱਗਿਆ। ਮੈਂ ਸਮਝ ਨਹੀਂ ਪਾ ਰਹੀ ਸੀ ਕਿ
ਮੇਰਾ ਪਤੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ। ਮੁਸਕਾਨ ਨੇ ਮੈਨੂੰ ਦੱਸਿਆ ਕਿ ਭਾਬੀ ਤੇਰੀ ਸੱਸ ਤੇਰੇ ਪਤੀ ਨੂੰ ਤੇਰੇ ਖਿਲਾਫ ਭੜਕਾ ਰਹੀ ਹੈ, ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਹੁਣ ਤੱਕ ਮੇਰੀ ਸੱਸ ਨੇ ਮੇਰੇ ਨਾਲ ਕੁਝ ਚੰਗਾ ਨਹੀਂ ਕੀਤਾ ਸੀ ਤਾਂ ਕੁਝ ਬੁਰਾ ਵੀ ਨਹੀਂ ਕੀਤਾ ਸੀ, ਫਿਰ ਭਲਾ ਉਹ ਮੇਰੇ ਨਾਲ ਇਦਾਂ ਕਿਉਂ ਕਰਦੀ। ਇਹਨਾਂ ਦਿਨਾਂ ਵਿੱਚ ਮੈਨੂੰ ਖੁਸ਼ਖਬਰੀ ਮਿਲ ਗਈ। ਮੇਰੀ ਸੱਸ ਨੇ ਵੀ ਸਾਰੀਆਂ ਗੱਲਾਂ ਭੁੱਲ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ, ਕਿਉਂਕਿ ਮੈਂ ਉਸਦੇ ਖਾਨਦਾਨ ਨੂੰ ਪਹਿਲਾ ਵਾਰਸ ਦੇਣ ਵਾਲੀ ਸੀ। ਉਹਨਾਂ ਦਾ ਸੁਭਾਅ ਵੀ ਮੇਰੇ ਨਾਲ ਚੰਗਾ ਹੋ ਗਿਆ ਸੀ। ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਮੁਸਕਾਨ ਤੋਂ ਦੂਰ ਹੀ ਰਿਹਾ ਕਰ, ਕਿਉਂਕਿ ਉਹ ਚੰਗੀ ਨਹੀਂ ਹੈ, ਉਹ ਤੇਰੇ ਪਤੀ ਨੂੰ ਤੇਰੇ ਖਿਲਾਫ ਭੜਕਾਉਂਦੀ ਹੈ। ਮੈਂ ਤਾਂ ਸੋਚ ਵਿੱਚ ਪੈ ਗਈ ਸੀ ਕਿ ਕੌਣ ਸੱਚ ਕਹਿ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ, ਪਰ ਮੈਨੂੰ ਮੁਸਕਾਨ ਤੇ ਯਕੀਨ ਸੀ। ਉਹ ਤਾਂ ਇੱਕ ਸਿੱਧੀ ਸਾਦੀ ਭੋਲੀ ਭਾਲੀ ਕੁੜੀ ਸੀ। ਉਸ ਨੂੰ ਮੇਰੀ ਸੂਰਤ ਵਿੱਚ ਉਸ ਦੀ ਇੱਕ ਦੋਸਤ ਮਿਲ ਗਈ ਸੀ ਜੋ ਉਸ ਨਾਲ ਹਮਦਰਦੀ ਰੱਖਦੀ ਸੀ, ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਵੀ ਕਰ ਲੈਂਦੀ ਸੀ। ਜਦੋਂ ਮੇਰੇ ਪਤੀ ਨੂੰ ਪਤਾ ਚੱਲਿਆ ਕਿ ਉਹ ਪਿਤਾ ਬਣਨ ਵਾਲੇ ਹਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਉਹ ਮੇਰੇ ਲਈ ਰੋਜ਼ ਨਵੇਂ-ਨਵੇਂ ਗਿਫਟ ਲੈ ਕੇ ਆਉਂਦੇ ਤੇ ਮੇਰੇ ਤੋਂ ਮਾਫੀ ਵੀ ਮੰਗੀ। ਮੈਂ ਵੀ ਉਹਨਾਂ ਨੂੰ ਮਾਫ ਕਰ ਦਿੱਤਾ। ਮੇਰੇ ਲਈ ਤਾਂ ਇਹ ਬਹੁਤ ਸੀ ਕਿ ਮੇਰੇ ਪਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਪਰ ਇੱਕ ਗੱਲ ਜੋ ਮੈਨੂੰ ਕੰਡੇ ਦੀ ਤਰ੍ਹਾਂ ਚੁੱਭ ਰਹੀ ਸੀ ਉਹ ਇਹ ਸੀ ਕਿ ਮੇਰੇ ਪਤੀ ਨੂੰ ਪਹਿਲਾਂ ਕੀ ਹੋਇਆ ਸੀ। ਕਿਸ ਨੇ ਉਸ ਨੂੰ ਮੇਰੇ ਖਿਲਾਫ ਕੀਤਾ ਸੀ, ਮੁਸਕਾਨ ਨੇ ਜਾਂ ਮੇਰੀ ਸੱਸ ਨੇ? ਕਿਉਂਕਿ ਮੁਸਕਾਨ ਤਾਂ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਚੰਗੀ ਤਰ੍ਹਾਂ ਰਹਿ ਰਹੀ ਹੈ। ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ, ਕੁਝ ਦਿਨਾਂ ਬਾਅਦ ਮੈਨੂੰ ਇਹ ਰਾਜ਼ ਵੀ ਪਤਾ ਚੱਲ ਜਾਵੇਗਾ ਆਖਿਰ ਇਸ ਸਭ ਦੇ ਪਿੱਛੇ ਕੌਣ ਸੀ। ਹੁਣ ਮੇਰਾ ਪਤੀ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਸੀ। ਰੋਜ਼ ਰਾਤ ਨੂੰ ਮੇਰੇ ਲਈ ਕੁਝ ਨਾ ਕੁਝ ਖਾਣ ਲਈ ਲੈ ਕੇ ਆਉਂਦਾ ਸੀ। ਘਰ ਦਾ ਮਾਹੌਲ ਵੀ ਇਸ ਖਬਰ ਨਾਲ ਬਹੁਤ ਚੰਗਾ ਹੋ ਗਿਆ ਸੀ। ਪਰ ਮੈਂ ਕੁਝ ਦਿਨਾਂ ਤੋਂ ਨੋਟਿਸ ਕਰ ਰਹੀ ਸੀ ਕਿ ਮੁਸਕਾਨ ਕੁਝ ਪਰੇਸ਼ਾਨ ਜਿਹੀ ਰਹਿਣ ਲੱਗੀ ਸੀ। ਉਸਨੇ ਮੈਨੂੰ ਵਧਾਈ ਵੀ ਬਹੁਤ ਹੀ ਫਿੱਕੇ ਅੰਦਾਜ਼ ਵਿੱਚ ਦਿੱਤੀ ਸੀ। ਮੈਂ ਉਸ ਤੇ ਸ਼ੱਕ ਕਰਨ ਲੱਗੀ ਕਿ ਕਿਤੇ ਮੇਰੀ ਸੱਸ ਠੀਕ ਤਾਂ ਨਹੀਂ ਕਹਿ ਰਹੀ ਸੀ। ਮੈਂ ਹੁਣ ਮੁਸਕਾਨ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਪਰ ਉਹ ਮੇਰੇ ਖਿਲਾਫ ਕੋਈ ਵੀ ਸਾਜ਼ਿਸ਼ ਨਹੀਂ ਕਰ ਰਹੀ ਸੀ ਤੇ ਨਾ ਹੀ ਮੈਂ ਉਸ ਨੂੰ ਕਦੇ ਆਪਣੇ ਪਤੀ ਨਾਲ ਕੋਈ ਗੱਲ ਕਰਦੇ ਹੋਏ ਦੇਖਿਆ ਸੀ। ਇੱਕ ਦਿਨ ਮੈਂ ਮੁਸਕਾਨ ਨੂੰ ਪੁੱਛ ਲਿਆ ਕਿ ਕੀ ਗੱਲ ਹੈ ਮੁਸਕਾਨ, ਤੂੰ ਇੰਨੀ ਪਰੇਸ਼ਾਨ ਕਿਉਂ ਹੈ? ਉਹ ਕਹਿਣ ਲੱਗੀ ਕਿ ਭਾਬੀ ਮੈਂ ਆਪਣੇ ਲਈ ਨਹੀਂ ਬਲਕਿ ਤੁਹਾਡੇ ਲਈ ਪਰੇਸ਼ਾਨ ਹਾਂ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਮੇਰੇ ਲਈ ਕਿਉਂ ਪਰੇਸ਼ਾਨ ਹੈ। ਕਹਿਣ ਲੱਗੀ ਕਿ ਛੱਡੋ ਭਾਬੀ, ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੋਵੇਗਾ। ਇਹ ਕਹਿ ਕੇ ਉਹ ਉੱਥੋਂ ਚਲੀ ਗਈ। ਮੈਂ ਸੋਚਦੀ ਹੀ ਰਹਿ ਗਈ ਆਖਰ ਗੱਲ ਕੀ ਹੈ, ਇਹ ਇੰਨੀ ਸੀਰੀਅਸ ਗੱਲ ਕਿਉਂ ਕਰ ਰਹੀ ਹੈ। ਉਸ ਸਮੇਂ ਮੇਰੇ ਨਾਲ ਇੱਕ ਅਜੀਬੋ-ਗਰੀਬ ਹਾਦਸਾ ਹੋਇਆ। ਮੇਰੇ ਪੇਟ ਵਿੱਚ ਦਰਦ ਹੋਣ ਲੱਗਿਆ। ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਉਹ ਤਾਂ ਉੱਪਰ ਵਾਲੇ ਦਾ ਸ਼ੁਕਰ ਸੀ ਕਿ ਮੈਂ ਹਸਪਤਾਲ ਵਿੱਚ ਹੀ ਸੀ। ਡਾਕਟਰ ਕਹਿਣ ਲੱਗੀ ਕਿ ਤੂੰ ਕੁਝ ਗਲਤ ਖਾ ਲਿਆ ਸੀ, ਜਿਸ ਦੀ ਵਜ੍ਹਾ ਨਾਲ ਤੇਰਾ ਮਿਸਕੈਰੇਜ ਹੁੰਦੇ ਬੱਚਾ ਹੈ। ਇਹ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਤਾਂ ਉਹ ਕੁਝ ਖਾ ਰਹੀ ਸੀ ਜੋ ਮੇਰਾ ਪਤੀ ਜਾਂ ਮੁਸਕਾਨ ਜਾਂ ਫਿਰ ਮੇਰੀ ਸੱਸ ਮੈਨੂੰ ਲਿਆ ਕੇ ਦਿੰਦੇ ਸੀ। ਇਹਨਾਂ ਤਿੰਨਾਂ ਤੇ ਮੈਂ ਸ਼ੱਕ ਕਰਨ ਦਾ ਸੋਚ ਵੀ ਨਹੀਂ ਸਕਦੀ ਸੀ। ਮੇਰੀ ਸੱਸ ਨੇ ਜਦੋਂ ਤੋਂ ਮੇਰੀ ਮਾਂ ਬਣਨ ਦੀ ਖਬਰ ਸੁਣੀ ਸੀ, ਉਸ ਸਮੇਂ ਤੋਂ ਲੈ ਕੇ ਉਹ ਮੇਰਾ ਬਹੁਤ ਧਿਆਨ ਰੱਖਦੀ ਸੀ। ਉਹ ਤਾਂ ਮੇਰੇ ਬਾਰੇ ਐਦਾਂ ਦਾ ਸੋਚ ਵੀ ਨਹੀਂ ਸਕਦੀ ਸੀ। ਮੇਰਾ ਦਿਓਰ ਤੇ ਦਰਾਣੀ ਵੀ ਹਮੇਸ਼ਾ ਆਪਣੇ ਕੰਮ ਨਾਲ ਕੰਮ ਰੱਖਦੇ ਸੀ, ਉਹ ਵੀ ਐਦਾਂ ਨਹੀਂ ਕਰ ਸਕਦੇ ਸੀ। ਫਿਰ ਕਿਸ ਨੇ ਮੇਰੇ ਨਾਲ ਐਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ? ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਲੱਗਿਆ ਸੀ। ਮੈਨੂੰ ਇੱਕਦਮ ਮੁਸਕਾਨ ਦੀ ਗੱਲ ਯਾਦ ਆਉਣ ਲੱਗੀ। ਉਸਨੇ ਕਿਹਾ ਕਿ ਉਹ ਮੇਰੇ ਲਈ ਪਰੇਸ਼ਾਨ ਹੈ। ਫਿਰ ਉਸਨੇ ਮੈਨੂੰ ਇੱਕ ਵਾਰ ਇਹ ਵੀ ਕਿਹਾ ਸੀ ਕਿ ਭਾਬੀ ਤੁਸੀਂ ਆਪਣਾ ਧਿਆਨ ਰੱਖਿਆ ਕਰੋ, ਤੇ ਮੈਂ ਉਸ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ ਤੇ ਮੇਰੇ ਨਾਲ ਇਹ ਹਾਦਸਾ ਹੁੰਦਾ ਬੱਚਾ। ਮੈਂ ਆਪਣੇ ਘਰ ਚਲੀ ਗਈ ਤੇ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਸੀ। ਮੈਂ ਜਾਂਦੇ ਹੀ ਮੁਸਕਾਨ ਕੋਲ ਗਈ ਤੇ ਉਸ ਨੂੰ ਪੁੱਛਣ ਲੱਗੀ ਕਿ ਤੂੰ ਕੀ ਕਹਿ ਰਹੀ ਸੀ? ਕੋਈ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਸੋਚ ਰਹੀ ਸੀ ਕਿ ਉਹ ਮੇਰੀ ਸੱਸ ਤੇ ਇਲਜ਼ਾਮ ਲਾਵੇਗੀ ਕਿ ਉਸ ਨੇ ਤੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਫਿਰ ਆਪਣੀ ਸੌਕਣ ਦਰਾਣੀ ਦਾ ਨਾਂ ਲਵੇਗੀ। ਪਰ ਉਸਨੇ ਜਿਸ ਦਾ ਨਾਂ ਲਿਆ ਉਹ ਸੁਣ ਕੇ ਮੇਰੇ ਤੇ ਅਸਮਾਨ ਟੁੱਟ ਪਿਆ ਤੇ ਮੈਂ ਉਸ ਨੂੰ ਪਿੱਛੇ ਵੱਲ ਧੱਕਾ ਦੇ ਦਿੱਤਾ, ਜਿਵੇਂ ਮੈਨੂੰ ਉਸ ਦੀ ਗੱਲ ਤੇ ਯਕੀਨ ਨਾ ਆ ਰਿਹਾ ਹੋਵੇ। ਉਹ ਕਹਿਣ ਲੱਗੀ ਕਿ ਭਾਬੀ ਤੇਰਾ ਪਤੀ ਹੀ ਤੇਰੇ ਤੇ ਜ਼ੁਲਮ ਕਰਦਾ ਹੈ। ਮੈਂ ਆਪਣੀ ਦਰਾਣੀ ਨੂੰ ਕਿਹਾ ਕਿ ਐਦਾਂ ਨਹੀਂ ਹੋ ਸਕਦਾ, ਮੇਰਾ ਪਤੀ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ। ਉਹ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਹੈ
ਉਹ ਰਾਤ ਨੂੰ ਉਦੋਂ ਤੱਕ ਨਹੀਂ ਸੌਂਦਾ ਜਦੋਂ ਤੱਕ ਮੈਂ ਗੂੜੀ ਨੀਂਦ ਨਹੀਂ ਸੋ ਜਾਵਾਂ। ਇੰਨਾ ਖਿਆਲ ਕਰਦਾ ਹੈ। ਮੁਸਕਾਨ ਮੈਨੂੰ ਕਹਿਣ ਹੀ ਵਾਲੀ ਸੀ ਕਿ ਮੈਂ ਗੁੱਸੇ ਵਿੱਚ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਨੂੰ ਉਸ ਦੀ ਗੱਲ 'ਤੇ ਬਿਲਕੁਲ ਵੀ ਭਰੋਸਾ ਨਹੀਂ ਹੋਇਆ। ਮੇਰਾ ਪਤੀ ਮੇਰੇ ਨਾਲ ਐਦਾਂ ਕਿਵੇਂ ਕਰ ਸਕਦਾ ਹੈ? ਉਹ ਤਾਂ ਇੰਨਾ ਖੁਸ਼ ਹੈ ਤੇ ਮੇਰੀ ਇੰਨੀ ਦੇਖਭਾਲ ਵੀ ਕਰਦਾ ਹੈ, ਮੈਨੂੰ ਇੰਨਾ ਪਿਆਰ ਕਰਦਾ ਹੈ। ਉਹ ਐਦਾਂ ਕੁਝ ਵੀ ਨਹੀਂ ਕਰ ਸਕਦਾ। ਮੈਂ ਮੁਸਕਾਨ ਦੀ ਗੱਲ 'ਤੇ ਭਰੋਸਾ ਨਹੀਂ ਕੀਤਾ ਤੇ ਉਸ ਨਾਲ ਗੱਲਬਾਤ ਕਰਨੀ ਖਤਮ ਕਰ ਦਿੱਤੀ। ਇੱਕ ਦਿਨ ਜਦੋਂ ਮੈਂ ਦਫ਼ਤਰ ਜਾਣ ਲੱਗੀ, ਉਹ ਕਹਿਣ ਲੱਗੀ ਕਿ ਭਾਬੀ, ਤੈਨੂੰ ਮੇਰੀ ਗੱਲ 'ਤੇ ਭਰੋਸਾ ਨਹੀਂ ਹੈ, ਪਰ ਸੱਚ ਇਹੀ ਹੈ, ਤੁਹਾਡਾ ਪਤੀ ਹੀ ਹੈ ਜੋ ਤੁਹਾਡੇ 'ਤੇ ਜ਼ੁਲਮ ਕਰਦਾ ਹੈ। ਇਹ ਜੋ ਤੁਹਾਡੀ ਦੇਖਭਾਲ ਕਰਦਾ ਹੈ, ਇਹ ਸਭ ਕੁਝ ਇੱਕ ਨਾਟਕ ਹੈ। ਉਸਨੂੰ ਇਹ ਬੱਚਾ ਹੀ ਨਹੀਂ ਚਾਹੀਦਾ। ਮੈਂ ਖੁਦ ਉਸਨੂੰ ਫੋਨ 'ਤੇ ਗੱਲ ਕਰਦੇ ਹੋਏ ਸੁਣਿਆ। ਉਹ ਰੋਂਦੇ ਹੋਏ ਮੈਨੂੰ ਕਹਿਣ ਲੱਗੀ ਕਿ ਭਾਬੀ, ਮੇਰੀ ਗੱਲ ਦਾ ਵਿਸ਼ਵਾਸ ਕਰੋ, ਮੈਂ ਹਰਗਿਜ਼ ਝੂਠ ਨਹੀਂ ਬੋਲ ਰਹੀ। ਤੁਹਾਨੂੰ ਝੂਠ ਬੋਲ ਕੇ ਮੈਨੂੰ ਕੀ ਮਿਲੇਗਾ? ਮੈਂ ਤਾਂ ਤੁਹਾਡੇ ਭਲੇ ਲਈ ਹੀ ਕਹਿ ਰਹੀ ਹਾਂ। ਮੈਂ ਆਪਣੇ ਦਿਲ ਤੋਂ ਸੋਚਿਆ ਕਿ ਸ਼ਾਇਦ ਇਹ ਮੇਰਾ ਭਲਾ ਹੀ ਸੋਚ ਰਹੀ ਹੈ। ਉਸਨੂੰ ਮੇਰੇ ਪਤੀ ਦੇ ਖਿਲਾਫ ਝੂਠ ਬੋਲ ਕੇ ਕੀ ਮਿਲੇਗਾ? ਉਸਦਾ ਕੀ ਫਾਇਦਾ ਹੋਵੇਗਾ ਸਾਨੂੰ ਪਤੀ ਪਤਨੀ ਨੂੰ ਲੜਾ ਕੇ? ਮੈਂ ਉਸਨੂੰ ਕਿਹਾ ਕਿ ਚਲੋ ਠੀਕ ਹੈ, ਮੈਂ ਆਪਣੇ ਪਤੀ 'ਤੇ ਨਜ਼ਰ ਰੱਖੂੰਗੀ। ਹੁਣ ਮੈਂ ਆਪਣੇ ਪਤੀ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਹ ਕੀ ਕਰਦਾ ਹੈ, ਕਿਸ ਨਾਲ ਗੱਲ ਕਰਦਾ ਹੈ, ਕਿੱਥੇ ਜਾਂਦਾ ਹੈ, ਕਿਸ ਨੂੰ ਮਿਲਦਾ ਹੈ, ਮੈਂ ਉਸ ਦੀ ਹਰ ਗੱਲ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪਰ ਮੈਨੂੰ ਇੱਦਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ ਜਿਸ ਕਾਰਨ ਮੈਂ ਉਸ 'ਤੇ ਕੋਈ ਸ਼ੱਕ ਕਰਦੀ। ਉਹ ਇਸੇ ਤਰ੍ਹਾਂ ਮੇਰੀ ਦੇਖਭਾਲ ਕਰਦਾ ਸੀ। ਮੇਰੇ ਲਈ ਰੋਜ਼ ਨਵੀਂ ਤੋਂ ਨਵੀਂ ਚੀਜ਼ ਖਾਣ ਲਈ ਲੈ ਕੇ ਆਉਂਦਾ। ਇੱਥੋਂ ਤੱਕ ਕਿ ਉਸਨੇ ਆਪਣੇ ਹੋਣ ਵਾਲੇ ਬੱਚੇ ਲਈ ਹੁਣੇ ਤੋਂ ਸ਼ੋਪਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਂ ਛੁੱਟੀ ਵਾਲੇ ਦਿਨ ਵੀ ਉਸਨੂੰ ਕਿਤੇ ਬਾਹਰ ਜਾਂਦੇ ਹੋਏ ਨਹੀਂ ਦੇਖਿਆ। ਉਸਦਾ ਫੋਨ ਵੀ ਚੈੱਕ ਕੀਤਾ, ਪਰ ਸਭ ਕੁਝ ਠੀਕ ਸੀ। ਸ਼ਾਇਦ ਮੁਸਕਾਨ ਨੂੰ ਹੀ ਗਲਤਫਹਿਮੀ ਹੋਈ ਹੋਵੇਗੀ। ਉਹ ਬਿਨਾਂ ਵਜ੍ਹਾ ਹੀ ਸ਼ੱਕ ਕਰ ਰਹੀ ਹੈ। ਮੈਂ ਉਸਨੂੰ ਸਖਤੀ ਨਾਲ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਪਤੀ ਦੇ ਖਿਲਾਫ ਤੂੰ ਮੇਰੇ ਨਾਲ ਕੋਈ ਵੀ ਗੱਲ ਨਾ ਕਰਨਾ। ਮੈਂ ਤੇਰੇ ਮੂੰਹ ਤੋਂ ਇੱਦਾਂ ਦੀ ਕੋਈ ਗੱਲ ਨਾ ਸੁਣਾ। ਮੈਂ ਬਹੁਤ ਗੁੱਸੇ ਨਾਲ ਇਹ ਗੱਲ ਕਹੀ ਸੀ। ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਭਾਬੀ, ਤੂੰ ਤਾਂ ਘਰ ਵਿੱਚ ਆਉਣ ਤੋਂ ਪਹਿਲਾਂ ਤੋਂ ਹੀ ਮੈਨੂੰ ਜਾਣਦੀ ਹੈ, ਮੇਰੀ ਆਦਤ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਮੈਂ ਕਦੇ ਆਪਣੇ ਪਤੀ 'ਤੇ ਸ਼ੌਂਕਣ ਦੇ ਖਿਲਾਫ ਕੁਝ ਨਹੀਂ ਦੱਸਿਆ। ਤੁਹਾਨੂੰ ਤੁਹਾਡੇ ਪਤੀ ਦੇ ਖਿਲਾਫ ਆਪਣੇ ਵੱਲੋਂ ਕਿਉਂ ਗੱਲ ਕਹਾਂਗੀ? ਮੈਂ ਸੱਚ ਕਹਿ ਰਹੀ ਹਾਂ। ਉਹ ਤੁਹਾਨੂੰ ਧੋਖਾ ਦੇ ਰਿਹਾ ਹੈ। ਤੁਹਾਨੂੰ ਮੇਰੀ ਗੱਲ 'ਤੇ ਭਰੋਸਾ ਨਹੀਂ ਹੈ ਤਾਂ ਇੱਕ ਕੰਮ ਕਰਨਾ, ਅੱਜ ਰਾਤ ਨੂੰ ਆਪਣਾ ਮੂੰਹ ਧੋ ਕੇ ਸੌਣਾ। ਤੁਹਾਨੂੰ ਆਪਣੇ ਪਤੀ ਦੀ ਸੱਚਾਈ ਪਤਾ ਚੱਲ ਜਾਵੇਗੀ। ਮੈਂ ਕਿਹਾ ਠੀਕ ਹੈ, ਤੇਰੇ ਕਹਿਣ 'ਤੇ ਇਹ ਵੀ ਕਰ ਲੈਂਦੀ ਹਾਂ। ਰਾਤ ਨੂੰ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਆਪਣਾ ਮੂੰਹ ਧੋ ਲਿਆ ਤੇ ਲੇਟ ਗਈ। ਉਸਨੇ ਰੋਜ਼ ਦੀ ਤਰ੍ਹਾਂ ਦਫ਼ਤਰ ਤੋਂ ਆਉਣ ਤੋਂ ਬਾਅਦ ਮੇਰੇ ਕੋਲ ਬੈਠ ਕੇ ਮੇਰਾ ਸਿਰ ਦਬਾਇਆ ਤੇ ਮੈਂ ਅੱਖਾਂ ਬੰਦ ਕਰ ਲਈਆਂ ਤਾਂ ਕਿ ਉਸਨੂੰ ਲੱਗੇ ਕਿ ਮੈਂ ਗੂੜੀ ਨੀਂਦ ਵਿੱਚ ਸੋ ਚੁੱਕੀ ਹਾਂ, ਜਿਵੇਂ ਮੇਰੇ ਨਾਲ ਰੋਜ਼ ਹੁੰਦਾ ਹੈ। ਪਰ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਜਾਗ ਰਹੀ ਸੀ ਤਾਂ ਕਿ ਆਪਣੇ ਪਤੀ ਦਾ ਰਾਜ਼ ਜਾਣ ਸਕਾਂ। ਕੁਝ ਦੇਰ ਹੀ ਹੋਈ ਸੀ ਕਿ ਅਚਾਨਕ ਮੇਰੀ ਤਾਂ ਜਾਨ ਹੀ ਨਿਕਲ ਗਈ ਜਦੋਂ ਆਪਣੇ ਪਤੀ ਨੂੰ ਇੱਕ ਟੀਕਾ ਤਿਆਰ ਕਰਦੇ ਹੋਏ ਦੇਖਿਆ। ਉਸ ਟੀਕੇ ਵਿੱਚੋਂ ਉਹ ਦਵਾਈ ਪਾਣੀ ਵਿੱਚ ਪਾਈ। ਮੇਰੀ ਆਦਤ ਸੀ ਕਿ ਮੈਂ ਰੋਜ਼ ਰਾਤ ਨੂੰ ਉੱਠ ਕੇ ਪਾਣੀ ਪੀਂਦੀ ਸੀ। ਉਸਨੇ ਪਾਣੀ ਵਿੱਚ ਉਹ ਦਵਾਈ ਪਾਈ ਤੇ ਸੌਣ ਦੇ ਲਈ ਲੇਟ ਗਿਆ। ਮੈਂ ਜਾਗ ਰਹੀ ਸੀ ਤੇ ਹੈਰਾਨ ਹੋ ਰਹੀ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀ। ਉਸਨੇ ਫੋਨ ਚੁੱਕਿਆ ਤੇ ਕਹਿਣ ਲੱਗਾ ਕਿ ਹਾਂ, ਮੈਨੂੰ ਯਾਦ ਹੈ, ਸਵੇਰੇ ਸਵੇਰੇ 10 ਵਜੇ ਪਹੁੰਚ ਜਾਊਂਗਾ। ਹੁਣ ਮੈਂ ਆਪਣੇ ਪਤੀ ਦੇ ਸੌਣ ਦਾ ਇੰਤਜ਼ਾਰ ਕਰ ਰਹੀ ਸੀ ਤੇ ਜਦੋਂ ਮੈਨੂੰ ਲੱਗਿਆ ਕਿ ਮੇਰਾ ਪਤੀ ਸੋ ਚੁੱਕਿਆ ਹੈ ਤਾਂ ਮੈਂ ਜਲਦੀ ਨਾਲ ਉੱਠੀ ਤੇ ਕੂੜੇਦਾਨ ਵਿੱਚੋਂ ਉਸ ਟਿੱਕੇ ਦੀ ਡੱਬੀ ਨੂੰ ਕੱਢ ਕੇ ਉਸ ਦਾ ਨਾਂ ਪੜਿਆ ਤਾਂ ਮੇਰੀ ਅੱਖਾਂ ਅੱਗੇ ਹਨੇਰਾ ਛਾ ਗਿਆ। ਮਤਲਬ ਮੁਸਕਾਨ ਜੋ ਕਹਿ ਰਹੀ ਸੀ ਉਹ ਸਭ ਕੁਝ ਸੱਚ ਸੀ। ਮੇਰਾ ਪਤੀ ਮੈਨੂੰ ਧੋਖਾ ਦੇ ਰਿਹਾ ਸੀ। ਇਹ ਉਹ ਦਵਾਈ ਸੀ ਜਿਸ ਦੇ ਰੋਜ਼ਾਨਾ ਇਸਤੇਮਾਲ ਕਰਨ ਨਾਲ ਮੈਂ ਆਪਣੇ ਬੱਚੇ ਨੂੰ ਖੋ ਦਿੰਦੀ। ਇੱਕ ਬਾਪ ਆਖਰ ਇਦਾਂ ਕਿਵੇਂ ਕਰ ਸਕਦਾ ਹੈ? ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ? ਇੱਕ ਮਾਸੂਮ ਦੀ ਜਾਨ ਲੈ ਲਵੇ ਜੋ ਅਜੇ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਸੀ। ਮੈਨੂੰ ਵਿਸ਼ਵਾਸ ਹੋਣ ਲੱਗਿਆ ਕਿ ਉਹ ਰੋਜ਼ ਮੈਨੂੰ ਸੌਣ ਦੇ ਬਾਅਦ ਇਹ ਦਵਾਈ ਦਿੰਦਾ ਹੈ। ਅੱਜ ਦੀ ਰਾਤ ਮੇਰੀ ਇਹੀ ਸੋਚਦੇ ਹੋਏ ਗੁਜ਼ਰੀ ਕਿ ਉਹ ਭਲਾ ਮੇਰੇ ਨਾਲ ਇਹ ਸਭ ਕਿਉਂ ਕਰ ਰਿਹਾ ਹੈ? ਉਹ ਮੈਨੂੰ ਧੋਖਾ ਕਿਉਂ ਦੇਵੇਗਾ? ਕੌਣ ਹੈ ਅਖੀਰ ਔਰਤ? ਇਹ ਸੋਚਦੇ ਸੋਚਦੇ ਮੈਨੂੰ ਯਾਦ ਆਇਆ ਕਿ ਮੇਰੇ ਪਤੀ ਨੇ 10 ਵਜੇ ਕਿਸੇ ਨੂੰ ਮਿਲਣ ਦਾ ਵਾਅਦਾ ਕੀਤਾ ਸੀ। ਮੈਂ ਸੋਚਿਆ ਕਿ ਮੈਂ ਉਸ ਦਾ ਪਿੱਛਾ ਕਰਕੇ ਪਤਾ ਕਰ ਲਾਂਗੀ ਕਿ ਉਹ ਕਿਸ ਨੂੰ ਮਿਲਣ ਜਾ ਰਿਹਾ ਹੈ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਸਭ ਤੋਂ ਪਹਿਲਾਂ ਮੈਂ ਮੁਸਕਾਨ ਕੋਲ ਗਈ। ਦੇਖਦੇ ਹੀ ਪੁੱਛਿਆ, ਭਾਬੀ, ਕੀ ਤੁਹਾਨੂੰ ਕੁਝ ਪਤਾ ਚੱਲਿਆ? ਮੈਂ ਅਫਸੋਸ ਨਾਲ ਹਾਂ ਵਿੱਚ ਸਿਰ ਹਿਲਾ ਦਿੱਤਾ
ਤੇ ਉਸ ਨੂੰ ਕਹਿਣ ਲੱਗੀ ਕਿ ਪਤਾ ਨਹੀਂ ਉਹ ਮੇਰੇ ਨਾਲ ਇਹ ਸਭ ਕਿਉਂ ਕਰ ਰਿਹਾ ਹੈ। ਤੇ ਮੁਸਕਾਨ ਇੱਕਦਮ ਬੋਲ ਪਈ ਕਿ ਭਾਬੀ ਕਿਸੇ ਔਰਤ ਦਾ ਚੱਕਰ ਲੱਗ ਰਿਹਾ ਹੈ, ਕਿਉਂਕਿ ਮੈਂ ਉਹਨਾਂ ਨੂੰ ਅਕਸਰ ਫੋਨ ਤੇ ਗੱਲ ਕਰਦੇ ਹੋਏ ਦੇਖਿਆ ਹੈ। ਤੁਹਾਨੂੰ ਤਾਂ ਪਤਾ ਹੈ ਮੈਂ ਬਹੁਤ ਦੇਰ ਤੱਕ ਰਸੋਈ ਵਿੱਚ ਕੰਮ ਕਰਦੀ ਰਹਿੰਦੀ ਹਾਂ। ਤੁਹਾਡੇ ਸੌਣ ਤੋਂ ਬਾਅਦ ਉਹ ਵਿਹੜੇ ਵਿੱਚ ਆ ਕੇ ਕਈ ਘੰਟੇ ਫੋਨ ਤੇ ਗੱਲ ਕਰਦੇ ਰਹਿੰਦੇ ਹਨ। ਇਸ ਲਈ ਤਾਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਚੁਕੰਨੇ ਰਹੋ। ਮੈਂ ਸਮਝ ਗਈ ਕਿ ਹੁਣ ਮੈਨੂੰ ਕੀ ਕਰਨਾ ਹੈ। ਇਹ ਔਰਤ ਦਾ ਚੱਕਰ ਸੀ। 10 ਵਜੇ ਜਦੋਂ ਮੇਰਾ ਪਤੀ ਘਰ ਤੋਂ ਬਾਹਰ ਨਿਕਲਿਆ ਤਾਂ ਮੈਂ ਵੀ ਉਸ ਦੇ ਪਿੱਛੇ ਪਿੱਛੇ ਬਾਹਰ ਨਿਕਲ ਗਈ। ਉਹ ਇੱਕ ਹੋਟਲ ਵਿੱਚ ਗਿਆ। ਜਿਸ ਟੇਬਲ ਕੋਲ ਹੋ ਗਿਆ ਉੱਥੇ ਇੱਕ ਕੁੜੀ ਬੈਠੀ ਹੋਈ ਸੀ, ਜਿਸਨੇ ਮੇਰੇ ਪਤੀ ਨੂੰ ਦੇਖ ਕੇ ਆਪਣਾ ਹੱਥ ਹਿਲਾਇਆ। ਇਹ ਸਭ ਦੇਖ ਕੇ ਮੇਰਾ ਦਿਲ ਟੁੱਟ ਗਿਆ ਸੀ ਕਿ ਮੇਰਾ ਪਤੀ ਇੱਕ ਧੋਖੇਬਾਜ਼ ਆਦਮੀ ਹੈ। ਮੈਂ ਉਹਨਾਂ ਦੋਵਾਂ ਕੋਲ ਪਹੁੰਚੀ ਤੇ ਮੈਨੂੰ ਦੇਖ ਕੇ ਦੋਵਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਮੇਰਾ ਪਤੀ ਹੈਰਾਨ ਹੋ ਕੇ ਮੈਨੂੰ ਕਹਿਣ ਲੱਗਿਆ, ਤੂੰ ਇੱਥੇ? ਮੈਂ ਆਪਣੇ ਪਤੀ ਨੂੰ ਇਗਨੋਰ ਕਰਦੇ ਹੋਏ ਉਸ ਕੁੜੀ ਵੱਲ ਦੇਖ ਕੇ ਉਸ ਨੂੰ ਕਿਹਾ ਕਿ ਤੂੰ ਜਾਣਦੀ ਹੈ ਇਹ ਆਦਮੀ ਸ਼ਾਦੀशुदा ਹੈ। ਉਹ ਡਰ ਕੇ ਸਿਰ ਹਾਂ ਵਿੱਚ ਹਿਲਾ ਕੇ ਕਹਿਣ ਲੱਗੀ, ਹਾਂ ਮੈਂ ਜਾਣਦੀ ਹਾਂ। ਮੈਂ ਗੁੱਸੇ ਨਾਲ ਉਸ ਨੂੰ ਕਹਿਣ ਲੱਗੀ, ਤੈਨੂੰ ਮੇਰੇ ਪਤੀ ਨਾਲ ਚੱਕਰ ਚਲਾਉਂਦੇ ਹੋਏ ਸ਼ਰਮ ਨਹੀਂ ਆਈ? ਮੇਰਾ ਪਤੀ ਘਬਰਾ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਤੂੰ ਗਲਤ ਸਮਝ ਰਹੀ ਹੈ, ਐਵੇਂ ਦਾ ਕੁਝ ਨਹੀਂ ਹੈ। ਮੈਂ ਉਸ ਦੀ ਕੋਈ ਗੱਲ ਨਹੀਂ ਸੁਣੀ ਤੇ ਰੋਂਦੇ ਹੋਏ ਉੱਥੋਂ ਘਰ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਮੁਸਕਾਨ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਭਾਬੀ ਤੁਹਾਨੂੰ ਕੁਝ ਦਿਨਾਂ ਲਈ ਨਾਰਾਜ਼ ਹੋ ਕੇ ਆਪਣੇ ਘਰ ਚਲੇ ਜਾਣਾ ਚਾਹੀਦਾ ਹੈ। ਤੁਹਾਡੇ ਪਤੀ ਨੂੰ ਵੀ ਤਾਂ ਪਤਾ ਚੱਲੇ ਤੇ ਉਹ ਤੁਹਾਡੇ ਤੋਂ ਮਾਫੀ ਮੰਗੇ। ਮੈਂ ਆਪਣੇ ਕਮਰੇ ਵਿੱਚ ਆਈ ਤੇ ਮੈਂ ਆਪਣਾ ਸਾਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਮੇਰਾ ਪਤੀ ਘਰ ਆਇਆ ਉਦੋਂ ਤੱਕ ਮੈਂ ਆਪਣੇ ਪੇਕੇ ਘਰ ਚਲੀ ਗਈ। ਮੈਨੂੰ ਪੂਰੀ ਉਮੀਦ ਸੀ ਕਿ ਮੇਰਾ ਪਤੀ ਮੈਨੂੰ ਮਨਾਉਣ ਲਈ ਜ਼ਰੂਰ ਆਵੇਗਾ, ਪਰ 2 ਹਫ਼ਤੇ ਗੁਜ਼ਰ ਗਏ ਪਰ ਕਿਸੇ ਦੀ ਕੋਈ ਖਬਰ ਹੀ ਨਹੀਂ ਸੀ। ਮੈਂ ਵੀ ਗੁੱਸੇ ਵਿੱਚ ਉਹਨਾਂ ਨੂੰ ਫੋਨ ਨਹੀਂ ਕੀਤਾ। ਹੁਣ ਤੱਕ ਜੋ ਕੁਝ ਵੀ ਹੋਇਆ ਸੀ ਉਹ ਬਹੁਤ ਬੁਰਾ ਸੀ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਹ ਗਲਤੀ ਕਰਨ ਦੇ ਬਾਵਜੂਦ ਮੈਨੂੰ ਲੈਣ ਕਿਉਂ ਨਹੀਂ ਆਇਆ। ਜਦੋਂ ਵੀ ਮੇਰੀ ਮੁਸਕਾਨ ਨਾਲ ਗੱਲ ਹੁੰਦੀ ਤਾਂ ਮੈਂ ਉਸ ਨੂੰ ਉੱਥੇ ਦੇ ਬਾਰੇ ਪੁੱਛਦੀ ਤਾਂ ਉਹ ਮੈਨੂੰ ਕਹਿੰਦੀ ਕਿ ਭਾਬੀ ਇੱਥੇ ਨਾ ਆਈ, ਇੱਥੇ ਦੀ ਹਾਲਤ ਬਹੁਤ ਖਰਾਬ ਹੈ। ਉਸ ਦੀ ਗੱਲ ਸੁਣ ਕੇ ਮੈਂ ਜਾਂਦੇ ਜਾਂਦੇ ਰੁਕ ਜਾਂਦੀ। ਇੱਕ ਦਿਨ ਮੇਰੀ ਤਬੀਅਤ ਖਰਾਬ ਹੋਈ ਤਾਂ ਮੈਂ ਆਪਣੇ ਕਜ਼ਨ ਨਾਲ ਹਸਪਤਾਲ ਗਈ। ਵਾਪਸ ਆਉਂਦੇ ਹੋਏ ਸਾਨੂੰ ਦੋਵਾਂ ਨੂੰ ਭੁੱਖ ਲੱਗਣ ਲੱਗੀ। ਉਹ ਕਹਿਣ ਲੱਗਿਆ ਕਿ ਚਲੋ ਇੱਦਾਂ ਕਰਦੇ ਹਾਂ ਕਿ ਇੱਥੇ ਕੁਝ ਖਾ ਲੈਂਦੇ ਹਾਂ। ਅਸੀਂ ਦੋਵੇਂ ਇੱਕ ਹੋਟਲ ਵਿੱਚ ਆ ਗਏ। ਉੱਥੇ ਬੈਠ ਕੇ ਹੀ ਜਿਵੇਂ ਮੈਂ ਇੱਧਰ ਉੱਧਰ ਨਜ਼ਰ ਪਾਈ ਤਾਂ ਮੈਨੂੰ ਆਪਣਾ ਪਤੀ ਨਜ਼ਰ ਆਇਆ ਤਾਂ ਉਹ ਮੁਸਕਾਨ ਨਾਲ ਬੈਠ ਕੇ ਖਾਣਾ ਖਾ ਰਿਹਾ ਸੀ। ਇਹ ਮੰਜ਼ਰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣਾ ਫੋਨ ਕੱਢਿਆ ਤੇ ਮੁਸਕਾਨ ਨੂੰ ਫੋਨ ਲਾਇਆ। ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਮੈਨੂੰ ਸੱਚ ਬੋਲਦੀ ਹੈ ਜਾਂ ਝੂਠ, ਕਿਉਂਕਿ ਉਸ ਨੂੰ ਆਪਣੇ ਪਤੀ ਨਾਲ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਮੁਸਕਾਨ ਤੂੰ ਕਿੱਥੇ ਹੈ, ਉਹ ਕਹਿਣ ਲੱਗੀ, ਭਾਬੀ ਤੁਹਾਡੇ ਪਤੀ ਮਤਲਬ ਮੇਰੇ ਜੇਠ ਜੀ ਨਾਲ ਬਾਹਰ ਆਈ ਹਾਂ, ਕਿਉਂਕਿ ਘਰ ਵਿੱਚ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੀ। ਮੈਂ ਹੈਰਾਨੀ ਨਾਲ ਪੁੱਛਿਆ ਕਿ ਕਿੱਦਾਂ ਦੀ ਗੱਲ, ਤਾਂ ਕਹਿਣ ਲੱਗੀ ਕਿ ਭਾਬੀ ਤੇਰੀ ਹੀ ਗੱਲ ਕਰਾਂਗੀ। ਮੈਂ ਉਹਨਾਂ ਨੂੰ ਇੱਥੇ ਇਹ ਸਮਝਾਉਣ ਲਈ ਲੈ ਕੇ ਆਈ ਹਾਂ ਕਿ ਉਹ ਤੁਹਾਨੂੰ ਮਨਾ ਕੇ ਘਰ ਵਾਪਸ ਲੈਣ ਆਉਣ। ਮੈਂ ਫੋਨ ਕੱਟ ਦਿੱਤਾ ਤੇ ਮੈਂ ਖੁਦ ਸ਼ਰਮਿੰਦਾ ਹੋਣ ਲੱਗੀ ਕਿ ਮੈਂ ਕਿਉਂ ਮੁਸਕਾਨ ਤੇ ਸ਼ੱਕ ਕੀਤਾ। ਮੈਂ ਆਪਣੇ ਪਤੀ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਸੀ, ਇਸ ਲਈ ਮੈਂ ਉੱਥੋਂ ਉੱਠ ਗਈ। ਦਿਨ ਇਸ ਤਰ੍ਹਾਂ ਹੀ ਗੁਜ਼ਰ ਰਹੇ ਸੀ। 1 ਮਹੀਨਾ ਗੁਜ਼ਰ ਗਿਆ ਪਰ ਮੇਰੇ ਸਹੁਰੇ ਘਰ ਵਾਲਿਆਂ ਦੀ ਕੋਈ ਖਬਰ ਨਹੀਂ ਸੀ। ਮਾਂ ਨੇ ਸਲਾਹ ਦਿੱਤੀ ਕਿ ਇੱਕ ਵਾਰ ਮੈਂ ਖੁਦ ਜਾ ਕੇ ਦੇਖਾਂ ਉੱਥੇ ਕੀ ਚੱਲ ਰਿਹਾ ਹੈ। ਮੇਰੀ ਹਾਲਤ ਇਦਾਂ ਦੀ ਨਹੀਂ ਸੀ ਕਿ ਮੈਂ ਇਕੱਲੀ ਜਾਂਦੀ। ਮੰਮੀ ਨੇ ਕਜ਼ਨ ਨੂੰ ਬੁਲਾਇਆ ਕਿ ਜਾ ਆਪਣੀ ਭੈਣ ਨੂੰ ਛੱਡ ਕੇ ਆ। ਮੈਂ ਉਸ ਨਾਲ ਆਪਣੇ ਘਰ ਵਿੱਚ ਗਈ। ਸ਼ਾਇਦ ਘਰ ਵਿੱਚ ਕੋਈ ਨਹੀਂ ਸੀ, ਹਰ ਪਾਸੇ ਖਾਮੋਸ਼ੀ ਸੀ। ਮੈਂ ਆਪਣੇ ਕਮਰੇ ਵਿੱਚ ਗਈ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਮੇਰੀ ਜਾਨ ਨਿਕਲ ਗਈ। ਮੇਰੇ ਪਤੀ ਨੇ ਮੁਸਕਾਨ ਦਾ ਹੱਥ ਫੜਿਆ ਹੋਇਆ ਸੀ ਤੇ ਉਹ ਇਹ ਕਹਿ ਰਿਹਾ ਸੀ ਕਿ ਤੂੰ ਆਪਣੇ ਪਤੀ ਤੋਂ ਤਲਾਕ ਲੈ ਲੈ, ਫਿਰ ਅਸੀਂ ਦੋਵੇਂ ਵਿਆਹ ਕਰਾ ਲਵਾਂਗੇ। ਮੈਂ ਤਾੜੀ ਵਜਾਈ ਤੇ ਕਿਹਾ, ਮੇਰੀ ਪਿੱਠ ਪਿੱਛੇ ਇਹ ਸਭ ਕੁਝ ਚੱਲ ਰਿਹਾ ਸੀ। ਮੇਰੇ ਪਤੀ ਤੋਂ ਜ਼ਿਆਦਾ ਹੈਰਾਨੀ ਮੈਨੂੰ ਮੁਸਕਾਨ ਤੇ ਹੋ ਰਹੀ ਸੀ। ਉਹ ਕਿਵੇਂ ਮੇਰੀ ਪਿੱਠ ਪਿੱਛੇ ਇਹ ਸਭ ਕੁਝ ਕਰ ਰਹੀ ਸੀ। ਉਸਨੇ ਮੇਰੇ ਨਾਲ ਧੋਖਾ ਕੀਤਾ ਸੀ। ਉਹ ਮੈਨੂੰ ਦੇਖ ਕੇ ਘਬਰਾ ਗਈ। ਉਹ ਮੇਰੇ ਕੋਲ ਦੀ ਬਾਹਰ ਜਾਣ ਲੱਗੀ ਤਾਂ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੂੰ ਕਿੱਥੇ ਜਾ ਰਹੀ ਹੈ? ਸਾਰਾ ਖੇਡ ਤਾਂ ਤੂੰ ਹੀ ਸ਼ੁਰੂ ਕੀਤਾ ਹੈ। ਹੁਣ ਸੱਚਾਈ ਦੱਸੇ ਬਿਨਾਂ ਕਿੱਥੇ ਭੱਜ ਰਹੀ ਹੈ? ਰੌਲਾ ਸੁਣ ਕੇ ਮੇਰੀ ਸੱਸ ਤੇ ਮੇਰਾ ਦਿਓਰ ਵੀ ਆਪਣੇ ਕਮਰੇ ਤੋਂ ਨਿਕਲ ਕੇ ਆ ਗਏ। ਮੈਂ ਕਿਹਾ,
ਪੁੱਛੋ ਇਸ ਮੁਸਕਾਨ ਨੂੰ। ਮੇਰੇ ਪਤੀ ਦੇ ਕਮਰੇ ਵਿੱਚ ਉਸਦੇ ਹੱਥ ਵਿੱਚ ਹੱਥ ਪਾ ਕੇ ਕੀ ਕਰ ਰਹੀ ਸੀ। ਮੁਸਕਾਨ ਹੁਣ ਖੜੇ ਹੋ ਕੇ ਕਹਿਣ ਲੱਗੀ, ਤੇਰਾ ਪਤੀ ਸੀ ਪਰ ਹੁਣ ਨਹੀਂ ਰਹੇਗਾ। ਇਹ ਹੁਣੇ ਤੈਨੂੰ ਤਲਾਕ ਦੇ ਦੇਵੇਗਾ। ਮੈਂ ਵੀ ਉਸਨੂੰ ਕਿਹਾ ਕਿ ਹੁਣ ਇਸ ਹਾਲਤ ਵਿੱਚ ਤਲਾਕ ਨਹੀਂ ਹੋ ਸਕਦਾ ਤੇ ਤਲਾਕ ਤਾਂ ਮੈਂ ਖੁਦ ਲਵਾਂਗੀ, ਪਰ ਪਹਿਲਾਂ ਤੈਨੂੰ ਪੁੱਛਣਾ ਚਾਹਾਂਗੀ ਕਿ ਮੇਰਾ ਘਰ ਖਰਾਬ ਕਿਉਂ ਕੀਤਾ। ਮੇਰੇ ਪਤੀ ਨੇ ਗੁੱਸੇ ਨਾਲ ਕਿਹਾ ਕਿ ਤੇਰਾ ਘਰ ਮੁਸਕਾਨ ਦੀ ਵਜ੍ਹਾ ਨਾਲ ਨਹੀਂ, ਬਲਕਿ ਤੇਰੇ ਇਸ ਆਸ਼ਕ ਦੀ ਵਜ੍ਹਾ ਨਾਲ ਬਰਬਾਦ ਹੋਇਆ ਹੈ ਜਿਸ ਨਾਲ ਤੂੰ ਇਸ ਸਮੇਂ ਖੜੀ ਹੈ। ਉਸਨੇ ਮੇਰੇ ਨਾਲ ਆਏ ਕਜ਼ਨ ਨੂੰ ਦੇਖ ਕੇ ਕਿਹਾ ਤਾਂ ਮੈਂ ਹੈਰਾਨ ਰਹਿ ਗਈ ਕਿ ਇਹ ਸਭ ਕੀ ਕਹਿ ਰਿਹਾ ਸੀ। ਇਦਾਂ ਕਿਵੇਂ ਸੋਚ ਸਕਦਾ ਸੀ। ਮੈਂ ਇੱਕ ਨਜ਼ਰ ਉਸ ਨੂੰ ਦੇਖਿਆ ਤੇ ਆਪਣੇ ਕਜ਼ਨ ਦਾ ਹੱਥ ਫੜ ਕੇ ਕਿਹਾ ਕਿ ਜਿਸ ਦੇ ਨਾਲ ਤੂੰ ਮੈਨੂੰ ਜੋੜ ਰਿਹਾ ਹੈ ਉਹ ਮੇਰਾ ਭਰਾ ਹੈ। ਸੁਣ ਕੇ ਮੇਰੇ ਪਤੀ ਨੇ ਬੇਯਕੀਨੀ ਨਾਲ ਮੁਸਕਾਨ ਨੂੰ ਦੇਖਿਆ ਜੋ ਨਜ਼ਰਾਂ ਚੁਰਾ ਰਹੀ ਸੀ ਤੇ ਕਹਿਣ ਲੱਗਿਆ, ਪਰ ਇਸਨੇ ਤਾਂ ਕਿਹਾ ਕਿ ਹੁਣ ਮੈਨੂੰ ਸਾਰਾ ਖੇਡ ਸਮਝ ਆ ਗਿਆ ਸੀ। ਸੱਸ ਠੀਕ ਕਹਿੰਦੀ ਸੀ, ਉਹ ਮੁਸਕਾਨ ਹੀ ਸੀ ਜੋ ਸ਼ੁਰੂ ਤੋਂ ਹੀ ਇਸ ਖੇਡ ਵਿੱਚ ਸ਼ਾਮਿਲ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਇਹ ਤੁਹਾਨੂੰ ਮੇਰੇ ਖਿਲਾਫ ਤੇ ਮੈਨੂੰ ਤੁਹਾਡੇ ਖਿਲਾਫ ਕਰਦੀ ਰਹੀ। ਇਸ ਦੇ ਕਹਿਣ ਤੇ ਹੀ ਮੈਂ ਘਰ ਛੱਡ ਕੇ ਗਈ ਸੀ। ਉਸਨੇ ਕਿਹਾ ਕਿ ਤੇਰਾ ਪਤੀ ਤੇਰੇ ਤੇ ਜ਼ੁਲਮ ਕਰਦਾ ਹੈ। ਮੁਸਕਾਨ ਦੀ ਤਾਂ ਹਾਲਤ ਹੀ ਖਰਾਬ ਹੋ ਗਈ ਸੀ ਕਿ ਕਿਸੇ ਤਰ੍ਹਾਂ ਇੱਥੋਂ ਭੱਜ ਕੇ ਚਲੀ ਜਾਵਾਂ। ਮੇਰੀ ਸੱਸ ਅੱਗੇ ਵਧੀ ਤੇ ਉਸ ਨੂੰ ਥੱਪੜ ਮਾਰਦੇ ਹੋਏ ਕਿਹਾ ਕਿ ਚੁੱਪ ਕਿਉਂ ਖੜੀ ਹੈ, ਜਵਾਬ ਕਿਉਂ ਨਹੀਂ ਦਿੰਦੀ, ਇਹ ਸਭ ਤੂੰ ਕਿਉਂ ਕੀਤਾ। ਉਹ ਇੱਕਦਮ ਜ਼ੋਰ ਨਾਲ ਚੀਕੀ ਤੇ ਕਹਿਣ ਲੱਗੀ ਕਿ ਹਾਂ ਇਹ ਸਭ ਕੁਝ ਮੈਂ ਹੀ ਕੀਤਾ ਹੈ। ਇਸ ਸਾਰੇ ਖੇਡ ਦੇ ਪਿੱਛੇ ਮੈਂ ਹੀ ਸੀ। ਮੈਂ ਚਾਹੁੰਦੀ ਸੀ ਕਿ ਦੋਵਾਂ ਦਾ ਘਰ ਬਰਬਾਦ ਹੋ ਜਾਵੇ। ਬਚਪਨ ਤੋਂ ਹੀ ਮੇਰੇ ਨਾਲ ਗਲਤ ਹੁੰਦਾ ਦੇਖਦੀ ਆ ਰਹੀ ਹਾਂ। ਹਰ ਕੋਈ ਮੇਰੇ ਤੋਂ ਜ਼ਿਆਦਾ ਇਸ ਘਰ ਵਿੱਚ ਮੁੰਡਿਆਂ ਨੂੰ ਅਹਿਮੀਅਤ ਦਿੰਦਾ ਹੈ। ਨਾ ਮੇਰੇ ਮਾਤਾ ਪਿਤਾ ਨੂੰ ਕੋਈ ਪੁੱਛਦਾ ਸੀ ਤੇ ਨਾ ਉਹਨਾਂ ਦੇ ਮਰਨ ਤੋਂ ਬਾਅਦ ਕਿਸੇ ਨੇ ਮੇਰੀ ਫਿਕਰ ਕੀਤੀ। ਮੈਂ ਬਚਪਨ ਤੋਂ ਹੀ ਰਮਨ ਨੂੰ ਪਸੰਦ ਕਰਨ ਲੱਗੀ ਸੀ, ਪਰ ਇਹ ਦੂਜੇ ਦੇਸ਼ ਚਲਾ ਗਿਆ। ਇਸ ਦੇ ਜਾਣ ਤੋਂ ਬਾਅਦ ਦਾਦੀ ਨੇ ਜ਼ਬਰਦਸਤੀ ਮੇਰਾ ਵਿਆਹ ਘਰ ਦੇ ਛੋਟੇ ਮੁੰਡੇ ਨਾਲ ਕਰਵਾ ਦਿੱਤਾ ਤਾਂ ਕਿ ਮੈਂ ਆਪਣੇ ਪਾਪਾ ਦੀ ਜਾਇਦਾਦ ਲੈ ਕੇ ਕਿਤੇ ਚਲੀ ਨਾ ਜਾਵਾਂ। ਜੇ ਸਾਰੇ ਲੋਕ ਮੇਰੇ ਨਾਲ ਚੰਗਾ ਵਿਵਹਾਰ ਕਰਦੇ ਤਾਂ ਮੇਰੇ ਅੰਦਰ ਇਹ ਨਫ਼ਰਤ ਪੈਦਾ ਨਾ ਹੁੰਦੀ। ਮੈਨੂੰ ਤਾਂ ਕਦੇ ਇਸ ਘਰ ਦੀ ਨੂੰਹ ਹੀ ਨਹੀਂ ਸਮਝਿਆ ਗਿਆ, ਬਲਕਿ ਮੇਰੇ ਪਤੀ ਦਾ ਉਸ ਦੀ ਪਸੰਦ ਦੇ ਨਾਲ ਦੂਜਾ ਵਿਆਹ ਕਰਵਾ ਦਿੱਤਾ। ਮੈਂ ਤਾਂ ਇੱਥੇ ਇੱਕ ਨੌਕਰ ਬਣ ਕੇ ਰਹਿ ਗਈ। ਜਦੋਂ ਇਹ ਬਾਹਰ ਤੋਂ ਆਇਆ ਤਾਂ ਮੇਰਾ ਪੁਰਾਣਾ ਪਿਆਰ ਜਾਗ ਪਿਆ, ਪਰ ਮੇਰੇ ਸੋਚਣ ਤੋਂ ਪਹਿਲਾਂ ਹੀ ਮੇਰੀ ਸੱਸ ਨੇ ਇਸ ਦਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਮੈਂ ਇਸ ਨੂੰ ਆਪਣੇ ਪਿਆਰ ਬਾਰੇ ਕੁਝ ਦੱਸ ਹੀ ਨਹੀਂ ਸਕੀ। ਇਹੀ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਪੈਸ ਆਉਂਦਾ ਸੀ। ਜਦੋਂ ਸਾਰੇ ਲੋਕ ਮੇਰੇ ਖਿਲਾਫ ਹੁੰਦੇ ਸੀ ਤਾਂ ਇਹੀ ਸੀ ਜੋ ਮੇਰਾ ਸਾਥ ਦਿੰਦਾ ਸੀ। ਇਸ ਲਈ ਹੁਣ ਮੈਨੂੰ ਇਹ ਆਪਣੀ ਜ਼ਿੰਦਗੀ ਵਿੱਚ ਚਾਹੀਦਾ ਸੀ। ਮੇਰੀ ਸੱਸ ਨੇ ਮੈਨੂੰ ਮੰਗਣੀ ਤੇ ਲਿਜਾਣ ਤੋਂ ਵੀ ਮਨਾ ਕਰ ਦਿੱਤਾ। ਉਸ ਦਿਨ ਤੋਂ ਮੈਂ ਸਾਰੀ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ। ਮੈਨੂੰ ਕਿਵੇਂ ਕਰਕੇ ਇਸ ਕੁੜੀ ਨੂੰ ਇਸ ਘਰ ਤੋਂ ਕੱਢਣਾ ਹੈ। ਮੈਂ ਮੰਗਣੀ ਵਾਲੇ ਦਿਨ ਜਾਣਬੁੱਝ ਕੇ ਇਸ ਦੀ ਗੱਡੀ ਨਾਲ ਟਕਰਾਈ ਸੀ ਤੇ ਫਿਰ ਹਸਪਤਾਲ ਵਿੱਚ ਵੀ ਜਾਣਬੁੱਝ ਕੇ ਉਸ ਨੂੰ ਮਿਲਦੀ ਰਹੀ ਤਾਂ ਕਿ ਇਹਨਾਂ ਦੋਵਾਂ ਦੇ ਵਿਆਹ ਤੋਂ ਪਹਿਲਾਂ ਸਾਡੀ ਜਾਣ ਪਹਿਚਾਣ ਚੰਗੀ ਤਰ੍ਹਾਂ ਹੋ ਜਾਵੇ ਤੇ ਉਹ ਮੇਰੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਲੱਗੇ। ਜਿਵੇਂ ਹੀ ਰੂਬੀ ਦੁਲਹਨ ਬਣ ਕੇ ਇਸ ਘਰ ਵਿੱਚ ਆਈ, ਮੈਂ ਆਪਣੇ ਬਣਾਏ ਪਲਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਆਪਣੀ ਸੱਸ ਤੇ ਪਤੀ ਦੇ ਖਿਲਾਫ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਮੈਂ ਇਸ ਨੂੰ ਇਸ ਦੀ ਪਤਨੀ ਦੇ ਖਿਲਾਫ ਕਰਨਾ ਸ਼ੁਰੂ ਕਰ ਦਿੱਤਾ। ਰਮਨ ਮੇਰੀ ਗੱਲ ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਸੀ, ਇਸ ਲਈ ਉਸ ਦਾ ਸੁਭਾਅ ਆਪਣੀ ਪਤਨੀ ਨਾਲ ਖਰਾਬ ਰਹਿਣ ਲੱਗਿਆ। ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਆਸ਼ਕ ਨਾਲ ਵਿਆਹ ਕਰਨਾ ਚਾਹੁੰਦੀ ਹੈ, ਇਸ ਲਈ ਉਹ ਤੇਰੇ ਨਾਲ ਖੁਸ਼ ਨਹੀਂ ਹੈ। ਜਲਦੀ ਹੀ ਮੈਂ ਇਸ ਨੂੰ ਇਸ ਦੀ ਪਤਨੀ ਦੇ ਖਿਲਾਫ ਇੰਨਾ ਜ਼ਿਆਦਾ ਕਰ ਦਿੰਦੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ। ਪਰ ਇਸ ਤੋਂ ਪਹਿਲਾਂ ਹੀ ਰੂਬੀ ਦੇ ਮਾਂ ਬਣਨ ਦੀ ਖਬਰ ਮਿਲ ਗਈ। ਹੁਣ ਉਹ ਆਪਣੇ ਬੱਚੇ ਦੀ ਖਬਰ ਸੁਣਦੇ ਹੀ ਇਹ ਸਭ ਕੁਝ ਭੁੱਲ ਗਿਆ ਤੇ ਆਪਣੀ ਪਤਨੀ ਤੇ ਪਹਿਲਾਂ ਦੀ ਤਰ੍ਹਾਂ ਭਰੋਸਾ ਕਰਨ ਲੱਗਿਆ। ਇਹ ਦੇਖ ਕੇ ਮੈਨੂੰ ਲੱਗਿਆ ਕਿ ਸਭ ਖਤਮ ਹੋ ਗਿਆ ਹੈ। ਇਸ ਲਈ ਮੈਂ ਸੋਚਿਆ ਪਤਨੀ ਨੂੰ ਉਸਦੇ ਪਤੀ ਦੇ ਖਿਲਾਫ ਕਰਨਾ ਪਵੇਗਾ। ਮੈਂ ਰੂਬੀ ਨੂੰ ਕਿਹਾ ਕਿ ਤੇਰਾ ਪਤੀ ਤੇਰੇ ਤੇ ਜ਼ੁਲਮ ਕਰਦਾ ਹੈ। ਮੈਂ ਵੀ ਖਾਣੇ ਵਿੱਚ ਇੱਕ ਦੋ ਵਾਰ ਇਸ ਨੂੰ ਗਲਤ ਦਵਾਈ ਖਿਲਾਈ ਸੀ ਤਾਂ ਕਿ ਇਸ ਦਾ ਬੱਚਾ ਮਰ ਜਾਵੇ ਤੇ ਇਸ ਦਾ ਪਤੀ ਗੁੱਸੇ ਵਿੱਚ ਇਸ ਨੂੰ ਛੱਡ ਦੇਵੇ, ਪਰ ਇਹ ਬਚ ਗਈ। ਇਸ ਲਈ ਮੈਂ ਬਰਾਬਰ ਕੋਸ਼ਿਸ਼ ਕਰਦੀ ਰਹੀ ਕਿ ਇਸ ਨੂੰ ਪਤੀ ਦੇ ਖਿਲਾਫ ਕਰ ਦੇਵਾਂ। ਇੱਕ ਦਿਨ ਮੈਂ ਜਾਣਬੁੱਝ ਕੇ ਗਲ ਟਿੱਕਾ ਰਮਨ ਨੂੰ ਦਿੱਤਾ ਤੇ ਉਸ ਨੂੰ ਕਿਹਾ ਕਿ ਇਹ ਰਾਤ ਨੂੰ ਆਪਣੀ ਪਤਨੀ ਦੇ ਪਾਣੀ ਵਿੱਚ ਮਿਲਾ ਦੇਣਾ। ਡਾਕਟਰ ਨੇ ਕਿਹਾ ਹੈ ਤੇ ਦੂਜੇ ਪਾਸੇ ਮੇਰੇ ਕਹਿਣ ਤੇ ਰੂਬੀ ਉਸ ਰਾਤ ਜਾਗਦੀ ਰਹੀ ਤੇ ਉਸਨੇ ਆਪਣੀਆਂ ਅੱਖਾਂ ਨਾਲ ਆਪਣੇ ਪਤੀ ਨੂੰ ਉਹ ਟਿੱਕਾ ਪਾਣੀ ਵਿੱਚ ਮਿਲਾਉਂਦੇ ਹੋਏ ਦੇਖ ਲਿਆ ਤੇ ਉਸ ਦਾ ਸ਼ੱਕ ਪੱਕਾ ਕਰਨ ਲਈ ਅਗਲੇ ਦਿਨ ਮੈਂ ਆਪਣੀ ਦੋਸਤ ਨੂੰ ਰਮਨ ਨਾਲ ਮਿਲਣ ਲਈ ਭੇਜ ਦਿੱਤਾ ਤੇ ਕਹਿ ਦਿੱਤਾ ਕਿ
ਉਸ ਨੂੰ ਨੌਕਰੀ ਦੀ ਜ਼ਰੂਰਤ ਹੈ। ਮੈਂ ਜਾਣਦੀ ਸੀ ਕਿ ਰੂਬੀ ਆਪਣੇ ਪਤੀ ਦੇ ਪਿੱਛੇ ਜ਼ਰੂਰ ਜਾਵੇਗੀ ਤੇ ਇਹੀ ਹੋਇਆ। ਆਪਣੇ ਪਤੀ ਨੂੰ ਗੈਰ ਔਰਤ ਨਾਲ ਦੇਖ ਕੇ ਉਹ ਘਰ ਛੱਡ ਕੇ ਚਲੀ ਗਈ। ਹੁਣ ਮੇਰਾ ਕੰਮ ਸ਼ੁਰੂ ਹੋਇਆ ਤੇ ਮੈਂ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਰਮਨ ਉਸ ਨੂੰ ਲੈਣ ਨਾ ਜਾਵੇ। ਮੈਂ ਰਮਨ ਨੂੰ ਕਿਹਾ ਕਿ ਤੇਰੀ ਪਤਨੀ ਕਹਿੰਦੀ ਹੈ ਕਿ ਉਹ ਤੈਨੂੰ ਤਲਾਕ ਦੇ ਕੇ ਆਪਣੇ ਕਜ਼ਨ ਨਾਲ ਵਿਆਹ ਕਰਾ ਲਵੇਗੀ। ਮੈਂ ਹੌਲੀ-ਹੌਲੀ ਉਸ ਦੇ ਦਿਲ ਵਿੱਚ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹ ਵੀ ਮੇਰੇ ਵੱਲ ਵੱਧਦਾ ਚਲਾ ਗਿਆ। ਹੁਣ ਫਿਰ ਤੁਸੀਂ ਲੋਕਾਂ ਨੇ ਮੇਰਾ ਸਾਰਾ ਬਣਿਆ ਬਣਾਇਆ ਖੇਲ ਖਰਾਬ ਕਰ ਦਿੱਤਾ। ਮੈਂ ਤਾਂ ਉਸ ਦੀ ਕਹਾਣੀ ਸੁਣਦੇ ਹੀ ਰਹਿ ਗਈ। ਉਸ ਦੇ ਇਕੱਲੇਪਨ ਤੇ ਉਸ ਦੀ ਹਸਰਤ ਨੇ ਉਸ ਨੂੰ ਨਫ਼ਰਤ ਕਰਨ ਵਾਲਾ ਬਣਾ ਦਿੱਤਾ ਸੀ। ਉਸ ਦੀ ਸੋਚ ਇੰਨੀ ਖਤਰਨਾਕ ਹੋ ਗਈ ਸੀ ਕਿ ਉਹ ਹਰ ਹੱਦ ਪਾਰ ਕਰਨ ਨੂੰ ਤਿਆਰ ਹੋ ਗਈ। ਮੇਰੇ ਪਤੀ ਨੇ ਸਭ ਦੇ ਸਾਹਮਣੇ ਮੇਰੇ ਤੋਂ ਮਾਫੀ ਮੰਗੀ। ਮੇਰੇ ਕਹਿਣ ਤੇ ਉਸ ਦੇ ਪਤੀ ਨੇ ਉਸ ਨੂੰ ਤਲਾਕ ਨਹੀਂ ਦਿੱਤਾ। ਹੁਣ ਮੈਂ ਉਸ ਤੋਂ ਦੂਰ ਰਹਿੰਦੀ ਸੀ ਤੇ ਹਮੇਸ਼ਾ ਧਿਆਨ ਰੱਖਦੀ ਰਹਿੰਦੀ ਸੀ ਕਿ ਉਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਪਰ ਕੁਝ ਦਿਨਾਂ ਬਾਅਦ ਉਸਨੇ ਖੁਦ ਹੀ ਆਪਣੇ ਪਤੀ ਤੋਂ ਤਲਾਕ ਲੈ ਲਿਆ ਤੇ ਆਪਣੇ ਹਿੱਸੇ ਦੀ ਜਾਇਦਾਦ ਲਈ ਮੁਕੱਦਮਾ ਕਰ ਦਿੱਤਾ। ਅਸੀਂ ਉਸ ਦੇ ਹਿੱਸੇ ਦਾ ਉਸ ਨੂੰ ਸਭ ਕੁਝ ਦੇ ਦਿੱਤਾ ਤੇ ਉਹ ਪਤਾ ਨਹੀਂ ਕਿੱਥੇ ਚਲੀ ਗਈ। ਪਰ ਮੈਂ ਬਹੁਤ ਖੁਸ਼ ਸੀ। ਉਸ ਦਾ ਸਾਇਆ ਮੇਰੀ ਜ਼ਿੰਦਗੀ ਤੋਂ ਟਲ ਗਿਆ। ਜੇ ਉਸ ਦੀ ਵਜ੍ਹਾ ਨਾਲ ਮੇਰਾ ਘਰ ਖਰਾਬ ਹੋ ਜਾਂਦਾ ਤਾਂ ਮੈਂ ਕਿਸੇ ਥਾਂ ਦੀ ਵੀ ਨਹੀਂ ਰਹਿੰਦੀ। ਮੇਰੇ ਪਤੀ ਨੇ ਵੀ ਮੇਰੇ ਨਾਲ ਵਾਅਦਾ ਕੀਤਾ ਕਿ ਅੱਜ ਦੇ ਬਾਅਦ ਉਹ ਕਿਤੇ ਵੀ ਨਜ਼ਰ ਆਏ ਤਾਂ ਉਸ ਨੂੰ ਨਹੀਂ ਦੇਖੇਗਾ। ਮੇਰੇ ਘਰ ਧੀ ਪੈਦਾ ਹੋਈ ਤੇ ਅਸੀਂ ਸਾਰੇ ਲੋਕ ਬਹੁਤ ਖੁਸ਼ ਸੀ। ਮੈਨੂੰ ਉਮੀਦ ਸੀ ਕਿ ਹੁਣ ਅੱਗੇ ਮੇਰੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਜੋ ਬੁਰਾ ਕਰਨ ਵਾਲੀ ਸੀ ਉਹ ਸਾਡੇ ਤੋਂ ਬਹੁਤ ਦੂਰ ਜਾ ਚੁੱਕੀ ਸੀ। ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਣਾ।